ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ, ਸਭ ਸਤਿਕਾਰ ਹੈ ਸੱਜਣਾਂ ਨੂੰ ਜੋ ਇਸ ਵਕਤ ਜ਼ਿੰਦਗੀ ਦੇ ਰੰਗਾਂ ਤੇ ਵਾਦੀਆਂ ਤਰੰਗਾਂ ਨੂੰ ਮਾਣਦੇ ਹੋਏ ਜੁੜੇ ਨੇ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ। ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਭਾਰਤੀ ਸਮਾਂ ਸਵੇਰੇ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਤੇ ਸ਼ਾਮ ਨੂੰ 8 ਵਜੇ ਤੋਂ ਲੈ ਕੇ 10 ਵਜੇ ਤੱਕ ਇਹ ਪ੍ਰੋਗਰਾਮ ਪਟਿਆਲਾ ਸਟੂਡੀਓ 'ਚ ਮੇਰੇ ਵੱਲੋਂ ਲਾਈਵ ਹੁੰਦਾ ਅਤੇ ਨਾਲ ਰਾਜਨੀਤਿਕ ਮਾਮਲਿਆਂ 'ਤੇ ਚਰਚਾ ਕਰਨ ਦੇ ਲਈ ਐਡਵੋਕੇਟ ਸੁਰਿੰਦਰ ਸਿੰਘ ਆਪਣੇ ਨਾਲ ਜੁੜਦੇ ਨੇ। ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਵਾਸਤੇ ਕਾਲ ਕਰ ਦਿਓ। ਉਹ ਨੰਬਰ ਹੈ 9876309655। ਮੇਰਾ ਸੰਪਰਕ ਨੰਬਰ ਵੀ ਇਹੀ ਹੈ 9876309655 9876309655 'ਤੇ ਕਾਲ ਕਰਕੇ ਤੁਸੀਂ ਵੀ ਇਸ ਪ੍ਰੋਗਰਾਮ 'ਚ ਗੱਲ ਕਰ ਸਕਦੇ ਹੋ। ਇਸ ਪ੍ਰੋਗਰਾਮ ਨੂੰ ਅਮਰੀਕਾ ਦੇ ਵਿੱਚ ਸੁਣਨਾ ਹੋਵੇ ਤਾਂ ਤੁਸੀਂ ਫ਼ੋਨ ਨੰਬਰ ਡਾਇਲ ਕਰਨਾ 667 930 9260, यानी कॉल टू लिसन नंबर है 6679309260। इस प्रोग्राम ਨੂੰ ਸੁਣਨ ਦੇ ਵਾਸਤੇ ਆਪਣੀ ਵੈਬਸਾਈਟ tivanaradio.com ਤੇ ਵੀ ਆਪ ਜੀ ਜਾ ਸਕਦੇ ਹੋ। ਉੱਥੇ ਇਸ ਪ੍ਰੋਗਰਾਮ ਨੂੰ ਸੁਣਿਆ ਜਾ ਸਕਦਾ। tivanaradio.com ਵੈਬਸਾਈਟ ਤੇ ਤੁਹਾਨੂੰ ਆਪਣੇ ਵੱਖ-ਵੱਖ ਲਿੰਕ ਸੰਪਰਕ ਮਿਲਣਗੇ। ਮਸਲਨ ਟਿਵਾਣਾ ਰੇਡੀਓ ਦਾ ਫੇਸਬੁੱਕ ਪੇਜ, ਟਿਵਾਣਾ ਰੇਡੀਓ ਦਾ YouTube ਪੇਜ ਉੱਥੇ ਤੁਹਾਨੂੰ ਮਿਲੇਗਾ, जिते तुसी यूट्यूब पेज सबसक्राइब करना, लाइक करना, बैल आइकन दबाना, अगे शेयर करने अपने सारे लिंक ते नाल शेयर करने अपनी जिहड़ी ऐप्स आईफोन और एंड्राइड ऐप्स ते भी ये प्रोग्राम सुनिया जा सकता है। इंस्टॉल करो, आनंद माणोगे प्रोग्रामां दा। यही तो असी प्रोग्रामां दे मुतलक जानकारियां ते बेशकीमती जानकारियां अज तुहाडे नाल सांझियां करनियां ने। पटियाला नाल संबंधित ਉੱਘੇ अर्थ शास्त्री डॉक्टर रणजीत सिंह ਘੁੰਮਣ ਹੋਰਾਂ ਦਾ एक आर्टिकल अज पंजाबी ट्रिब्यून ਦੇ ਵਿੱਚ ਜਿਹੜਾ ਕਿ ਤਕਰੀਬਨ 20 ਸਾਲਾਂ ਦੇ ਦੌਰਾਨ ਹੁਣ ਤੱਕ ਜਿਹੜਾ ਝੋਨਾ ਤੇ ਕਣਕ ਦੇ ਸਮਰਥਨ ਮੁੱਲ ਵਧੇ ਨੇ 1970 ਤੋਂ ਲੈ ਕੇ 2021-22 ਤੱਕ। ਇਸ ਵਕਫੇ ਦੇ ਦੌਰਾਨ ਇਹ ਵਾਧੇ ਜਿਹੜੇ ਹੋਏ ਨੇ ਇਸ ਸਾਰੇ ਸਿਲਸਿਲੇ ਦੇ ਵਿੱਚ, ਤੇ ਇਹ ਸਾਰੇ ਜਿਹੜੇ 30-40 ਸਾਲ ਦੇ ਵਾਧੇ, 50 ਸਾਲ ਦੇ ਵਾਧੇ ਜਿਹੜੇ ਜਦੋਂ ਹੋਏ ਇਹਨਾਂ ਕਣਕ ਦੀਆਂ ਕੀਮਤਾਂ ਦੇ ਵਿੱਚ, ਝੋਨੇ ਦੀਆਂ ਕੀਮਤਾਂ ਦੇ ਵਿੱਚ ਕੀਤੇ ਗਏ ਵਾਧਿਆਂ ਦਾ ਕੀ ਨਿਚੋੜ ਹੈ, ਕੀ ਮੁਲੰਕਣ ਹੈ, ਉਸ ਬਾਰੇ ਡਾਕਟਰ ਰਣਜੀਤ ਸਿੰਘ ਘੁੰਮਣ ਜਿਹੜੇ ਕਿ ਪ੍ਰੋਫੈਸਰ ਆਫ ਐਮੀਨੈਂਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪ੍ਰੋਫੈਸਰ ਆਫ ਇਕਨੋਮਿਕਸ ਗ੍ਰੈਡ ਚੰਡੀਗੜ੍ਹ ਨੇ, ਪਟਿਆਲਾ ਨਾਲ ਵੀ ਸੰਬੰਧਿਤ ਰਹੇ ਨੇ। ਉਹਨਾਂ ਦਾ ਇਹ ਬੇਸ਼ਕੀਮਤੀ ਲੇਖ ਤੁਹਾਡੇ ਨਾਲ ਅੱਜ ਸਾਂਝੇ ਕਰਦੇ ਹਾਂ। ਚਰਚਿਤ ਹੈ ਇਹ ਆਰਟੀਕਲ ਹੈ MSP ਦੇ ਬਾਰੇ। ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਇਹ ਕਿਵੇਂ ਤੈਅ ਹੁੰਦਾ ਅਤੇ ਇਹਦੇ 'ਚ ਕਿੰਨਾ ਫਰਕ ਹੈ, ਕਿੰਨਾ ਵਾਧਾ ਘਾਟਾ ਹੈ। 1970 ਤੋਂ ਲੈ ਕੇ 2021-22 ਤੱਕ ਦਾ ਜਿਹੜਾ ਵਾਧਾ ਕੀਤਾ ਗਿਆ MSP ਦੇ ਵਿੱਚ, ਉਹਦਾ ਮੁਲੰਕਣ ਕੀਤਾ ਗਿਆ। ਡਾਕਟਰ ਰਣਜੀਤ ਸਿੰਘ ਘੁੰਮਣ ਪ੍ਰੋਫੈਸਰ ਆਫ ਐਮੀਨੈਂਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ, ਅਤੇ ਪ੍ਰੋਫੈਸਰ ਆਫ ਇਕਨੋਮਿਕਸ ਨੇ ਕ੍ਰਿਡ ਚੰਡੀਗੜ੍ਹ ਦੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀ ਵੱਖ-ਵੱਖ ਖਾਸ ਕਰਕੇ ਇਕਨੋਮਿਕਸ ਵਿਭਾਗ ਦੇ ਵੀ ਹੈੱਡ ਰਹੇ ਨੇ, ਹੋਰ ਵੱਖ-ਵੱਖ ਅਹੁਦਿਆਂ 'ਤੇ ਵੀ ਰਹੇ ਨੇ ਡਾਕਟਰ ਰਣਜੀਤ ਸਿੰਘ ਘੁੰਮਣ। ਲਿਖਦੇ ਨੇ ਕਿ 1960ਵਿਆਂ ਦੇ ਦਹਾਕੇ ਦੇ ਵਿੱਚ ਦੇਸ਼ ਨੂੰ ਭੁੱਖਮਾਰੀ ਤੋਂ ਬਚਾਉਣ ਜਹਾਜ਼ ਤੋਂ ਮੂੰਹ ਤੱਕ ਅਮਰੀਕਾ ਪਬਲਿਕ ਲਾਅ 480, ਜਿਸ ਦੇ ਤਹਿਤ ਅਮਰੀਕਾ ਭਾਰਤ ਸਣੇ ਹੋਰ ਵਿਕਸਿਤ ਦੇਸ਼ਾਂ ਨੂੰ ਅਨਾਜ ਦਿੰਦਾ ਸੀ, ਉਸ ਤੋਂ ਨਿਜਾਤ ਦਿਵਾਉਣ ਦੇ ਲਈ ਹਰੀ ਕ੍ਰਾਂਤੀ ਦਾ ਸਹਾਰਾ ਲਿਆ ਗਿਆ। ਕੁਝ ਹੀ ਸਾਲਾਂ ਦੇ ਵਿੱਚ ਦੇਸ਼ ਦੇ ਵਿੱਚ ਇਸ ਸਮੱਸਿਆ ਨੂੰ ਮੁਕਤੀ ਮਿਲੀ। ਅੰਨ ਦੀ ਆਪਣੀ ਲੋੜ ਪੂਰੀ ਕਰਨ 'ਤੇ ਭਾਰਤ ਸਮਰੱਥ ਹੋਇਆ। ਪੰਜਾਬ ਦੀ ਕਿਸਾਨੀ ਦਾ ਇਸ ਦੇ ਵਿੱਚ ਵੱਡਾ ਯੋਗਦਾਨ ਰਿਹਾ, ਪਰ ਹਰੀ ਕ੍ਰਾਂਤੀ ਨੂੰ ਕਾਮਯਾਬ ਕਰਨ ਦੇ ਲਈ ਉਸ ਵੇਲੇ ਦੀਆਂ ਸਰਕਾਰਾਂ ਦਾ ਵਿਸ਼ੇਸ਼ ਯੋਗਦਾਨ ਸੀ, ਤੇ ਜਿਸ ਅਧੀਨ 60ਵਿਆਂ ਤੋਂ ਦੇ ਦਹਾਕੇ ਤੋਂ ਖੇਤੀ ਕੀਮਤਾਂ ਕਮਿਸ਼ਨ, ਜਿਸ ਦਾ ਕੰਮ ਖੇਤੀ ਉਪਜ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਨਾ ਸੀ, ਉਹ ਖੇਤੀ ਕਮਿਸ਼ਨ ਅਤੇ ਸਰਕਾਰੀ ਖਰੀਦ ਏਜੰਸੀ FCI, ਜਿਸ ਦਾ ਕੰਮ ਘੱਟੋ ਘੱਟ ਸਮਰਥਨ ਮੁੱਲ 'ਤੇ ਫਸਲਾਂ ਦੀ ਖਰੀਦ ਕਰਨਾ ਸੀ, ਇਹ ਸਥਾਪਿਤ ਕੀਤੇ ਗਏ। ਜਾਣੀ ਕਿ FCI ਅਤੇ ਖੇਤੀ ਕਮਿਸ਼ਨ ਇਹ 1960 ਦੇ ਦਹਾਕੇ 'ਚ ਬਣਾਏ ਗਏ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੋਵੇਗਾ ਕਿ 1985 ਦੇ ਵਿੱਚ ਖੇਤੀ ਕੀਮਤਾਂ ਕਮਿਸ਼ਨ APC ਦਾ ਨਾਂ ਖੇਤੀ ਲਾਗਤਾਂ ਅਤੇ ਕੀਮਤਾਂ ਕਮਿਸ਼ਨ ਜਾਣੀ CACP ਰੱਖ ਦਿੱਤਾ ਗਿਆ, ਅਤੇ ਇਸ ਦੇ ਵਿੱਚ ਖੇਤੀ ਦੀਆਂ ਸਮੁੱਚੀਆਂ ਲਾਗਤਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਨ ਦਾ ਮੁੱਖ ਆਧਾਰ ਹੋਰ ਬਹੁਤ ਸਾਰੇ ਕਾਰਕਾਂ ਤੋਂ ਇਲਾਵਾ, ਜਿਨ੍ਹਾਂ ਦੇ ਵਿੱਚ ਮੰਡੀ ਦੇ ਵਿੱਚ ਅਨਾਜ ਦੀਆਂ ਕੀਮਤਾਂ, ਅਨਾਜ ਦੀ ਮੰਗ ਅਤੇ ਪੂਰਤੀ, ਅਨਾਜ ਦੀਆਂ ਕੀਮਤਾਂ ਦਾ ਉਦਯੋਗਿਕ ਲਾਗਤਾਂ ਦੇ ਉੱਪਰ ਪ੍ਰਭਾਵ, ਜੀਵਨ ਨਿਰਵਾਹ ਲਾਗਤਾਂ ਦੇ ਉੱਪਰ ਪ੍ਰਭਾਵ, ਆਮ ਕੀਮਤਾਂ 'ਤੇ ਪ੍ਰਭਾਵ,
ਅਨਾਜ ਦੀਆਂ ਕੌਮਾਂਤਰੀ ਕੀਮਤਾਂ, ਅਨਾਜ ਕੀਮਤਾਂ ਦਾ ਅਨਾਜ ਮੰਡੀ ਤੇ ਸਬਸਿਡੀਆਂ 'ਤੇ ਪ੍ਰਭਾਵ ਮੰਨਿਆ ਗਿਆ। ਦੂਜੇ ਪਾਸੇ ਸੱਚ ਇਹ ਵੀ ਹੈ ਕਿ ਖੇਤੀ ਲਾਗਤਾਂ ਅਤੇ ਖੇਤੀ ਕਮਿਸ਼ਨ ਦੀ ਕੋਈ ਵੀ ਸੰਵਿਧਾਨਕ ਹਸਤੀ ਨਹੀਂ, ਇਹਦਾ ਕੋਈ ਸੰਵਿਧਾਨਕ ਵਜੂਦ ਨਹੀਂ। ਖੇਤੀ ਲਾਗਤਾਂ ਕਮਿਸ਼ਨ ਦਾ ਕਮਿਸ਼ਨ ਕੇਵਲ ਘੱਟੋ ਘੱਟ ਕੀਮਤਾਂ ਨਿਰਧਾਰਤ ਕਰਕੇ ਆਪਣੀਆਂ ਸਿਫਾਰਸ਼ਾਂ ਸਰਕਾਰ ਨੂੰ ਭੇਜਦਾ। MSP ਉਹਨਾਂ ਸਿਫਾਰਸ਼ਾਂ ਦੇ ਆਧਾਰ 'ਤੇ ਸਰਕਾਰ ਵੱਖ-ਵੱਖ ਫਸਲਾਂ ਦੀਆਂ ਕੀਮਤਾਂ ਸਾਲ ਦੇ ਵਿੱਚ 2 ਵਾਰੀ ਹਾੜ੍ਹੀ ਅਤੇ ਸਾਉਣੀ ਦੇ ਵਿੱਚ 23 ਫਸਲਾਂ ਦੀਆਂ ਕੀਮਤਾਂ, ਜਿਨ੍ਹਾਂ ਦੇ ਵਿੱਚ ਅਨਾਜ ਨੇ, ਦਾਲਾਂ ਨੇ, ਤੇਲ ਬੀਜ ਨੇ ਅਤੇ ਕੁਝ ਵਪਾਰਕ ਫਸਲਾਂ ਸ਼ਾਮਲ ਨੇ, ਉਹਨਾਂ 23 ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਅਤੇ ਕੀਮਤਾਂ ਤੈਅ ਕਰਦੀ ਹੈ ਇਸ ਕਮਿਸ਼ਨ ਦੀਆਂ ਸਿਫਾਰਸ਼ਾਂ 'ਤੇ। ਇੱਕ ਗੱਲ ਹੋਰ ਗੌਰਯੋਗ ਹੈ ਕਿ ਇਹਨਾਂ 23 ਫਸਲਾਂ ਦੇ ਵਿੱਚੋਂ 3-4 ਫਸਲਾਂ ਮਸਲਨ ਕਣਕ, ਝੋਨਾ, ਗੰਨਾ ਅਤੇ ਕਪਾਹ ਉੱਤੇ, ਉਹ ਵੀ ਸਿਰਫ 6% ਕਿਸਾਨਾਂ ਉੱਤੇ ਹੀ ਇਹ ਅਸਲ ਦੇ ਵਿੱਚ ਘੱਟੋ ਘੱਟ ਸਮਰਥਨ ਮੁੱਲ 'ਤੇ ਖਰੀਦ ਹੁੰਦੀ ਹੈ। ਜਾਣੀ ਕਿ ਇਹ 4 ਫਸਲਾਂ ਨੇ, ਕਣਕ, ਝੋਨਾ ਪ੍ਰਮੁੱਖ ਨੇ, ਕਿਤੇ ਕਿਤੇ ਕਪਾਹ ਅਤੇ ਗੰਨੇ ਨੂੰ ਵੀ MSP 'ਤੇ ਖਰੀਦਿਆ ਜਾਂਦਾ, ਉਹ ਵੀ ਇੰਡੀਆ ਦੇ ਸਿਰਫ 6% ਕਿਸਾਨਾਂ ਨੂੰ ਇਹ ਫਸਲਾਂ ਦਾ ਸਮਰਥਨ ਮੁੱਲ ਮਿਲਦਾ ਹੈ। ਮਸਲਨ ਹਰਿਆਣਾ, ਮੱਧ ਪ੍ਰਦੇਸ਼ ਅਤੇ ਪੰਜਾਬ, ਇਹਨਾਂ ਕਿਸਾਨਾਂ ਨੂੰ ਮੱਧ ਪ੍ਰਦੇਸ਼ ਦੀ ਕਣਕ ਨੂੰ, ਹਰਿਆਣਾ ਅਤੇ ਪੰਜਾਬ ਦੇ ਕਣਕ ਅਤੇ ਝੋਨੇ ਨੂੰ MSP ਮਿਲਦਾ, ਨਹੀਂ ਤਾਂ ਗੰਨਾ ਵੀ MSP 'ਤੇ ਨਹੀਂ ਚੱਕਿਆ ਜਾਂਦਾ। ਅਤੇ ਇਹਨਾਂ 23 ਫਸਲਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਦਰਜਾ ਦੇਣ ਦੀ ਮੰਗ ਕਰ ਰਹੇ ਨੇ ਕਿਸਾਨ। ਸਰਕਾਰ ਨਵੇਂ ਖੇਤੀ ਕਾਨੂੰਨ ਲਿਆ ਕੇ APMC ਜਾਣੀ ਕਿ ਸਰਕਾਰੀ ਮੰਡੀਆਂ ਅਤੇ ਘੱਟੋ ਘੱਟ ਸਮਰਥਨ ਮੁੱਲ ਪ੍ਰਣਾਲੀ ਨੂੰ ਖਤਮ ਕਰ ਰਹੀ ਹੈ। ਕਿਸਾਨਾਂ ਦੀ ਮਜ਼ਬੂਤੀ, ਕਿਸਾਨਾਂ ਨੂੰ ਮਜ਼ਬੂਤ ਏਕੇ ਅਤੇ ਸੰਘਰਸ਼ ਕਰਕੇ ਹਾਲ ਦੀ ਘੜੀ ਅਜਿਹਾ ਲੱਗਦਾ ਇਹ ਟਲ ਗਿਆ, ਪਰ ਨਵੇਂ ਖੇਤੀ ਕਾਨੂੰਨ ਜੇ ਲਾਗੂ ਹੁੰਦੇ ਨੇ ਤਾਂ ਸਰਕਾਰੀ ਮੰਡੀਆਂ ਅਤੇ ਘੱਟੋ ਘੱਟ ਸਮਰਥਨ ਮੁੱਲ ਪ੍ਰਣਾਲੀ ਸ਼ਾਇਦ ਜ਼ਿਆਦਾ ਦੇਰ ਨਾ ਟਿਕ ਪਾਵੇ। ਸਰਕਾਰ ਕਹਿ ਰਹੀ ਹੈ ਕਿ 23 ਫਸਲਾਂ ਨੂੰ MSP 'ਤੇ ਖਰੀਦਣ ਦੇ ਲਈ 17 ਲੱਖ ਕਰੋੜ ਦੀ ਰਕਮ ਚਾਹੀਦੀ ਹੈ। ਇਸ ਦੇ ਉਲਟ ਇਸ ਦਾ ਬਰੀਕੀ ਨਾਲ ਅਧਿਐਨ ਕੀਤਾ ਜਾਵੇ ਤਾਂ ਕੇਵਲ 1.15 ਲੱਖ ਕਰੋੜ ਰੁਪਏ ਹੋਰ ਚਾਹੀਦੇ ਨੇ। ਹਰੀਸ਼ ਦਮੋਦਰਨ ਦਾ 30 ਜਨਵਰੀ 2021 ਦਾ ਇੱਕ ਇੰਡੀਅਨ ਐਕਸਪ੍ਰੈਸ ਦੇ ਵਿੱਚ ਛਪਿਆ ਲੇਖ ਇਸ ਗੱਲ ਦੀ ਸ਼ਾਦੀ ਭਰਦਾ ਹੈ। ਦੂਜੇ ਬੰਨੇ ਉਦਯੋਗਪਤੀਆਂ ਨੂੰ ਦਿੱਤੀਆਂ ਜਾ ਰਹੀਆਂ ਰਿਆਇਤਾਂ ਅਤੇ ਕਰਜ਼ਾ ਮਾਫੀ ਰਾਹੀਂ ਲੁਟਾਏ ਜਾ ਰਹੇ ਲੋਕਾਂ ਦੇ ਲੱਖਾਂ ਕਰੋੜ ਰੁਪਏ ਤਾਂ ਸਾਹਮਣੇ ਇਹ ਨਿਗੂਣੀ ਜਿਹੀ ਰਕਮ ਹੈ 1.15 ਲੱਖ ਕਰੋੜ। ਜਾਣੀ ਜੋ ਫੈਕਟਰੀਆਂ ਵਾਲਿਆਂ ਨੂੰ ਲੁਟਾਇਆ ਜਾ ਰਿਹਾ, ਕਾਰਪੋਰੇਟਾਂ ਨੂੰ ਲੁਟਾਇਆ ਜਾ ਰਿਹਾ, ਉਹਦੇ ਮੁਕਾਬਲਤਨ ਇਹ ਨਿਗੂਣੀ ਜਿਹੀ ਰਕਮ ਹੈ। ਸਰਕਾਰ ਆਪਣੇ ਅੰਕੜਿਆਂ ਦੇ ਮੁਤਾਬਕ ਨਿਸ਼ਕਰਿਆ ਅਸਾਸੇ ਜਾਣੀ ਕਿ NPA 30 ਸਤੰਬਰ 2020 ਨੂੰ 9.5 ਲੱਖ ਕਰੋੜ ਸਨ। ਇੱਕ ਤੱਥ ਹੋਰ ਜੋ ਲੋਕਾਂ ਦੇ ਸਾਹਮਣੇ ਲਿਆਉਣਾ ਜ਼ਰੂਰੀ ਹੈ ਉਹ ਇਹ ਹੈ ਕਿ ਸਾਲ 2013-14 ਅਤੇ ਸਾਲ 2019-20 ਦੇ 8 ਸਾਲਾਂ ਦੇ ਸਮੇਂ ਦੇ ਦੌਰਾਨ ਸਰਕਾਰੀ ਬੈਂਕਾਂ ਨੇ ਮਹਿਜ 1,08,544 ਕਰੋੜ ਰੁਪਏ ਦੀ ਵਸੂਲੀ ਕਰਕੇ ਯਕਮੁਸ਼ਤ ਨਿਪਟਾਰੇ ਦੇ ਰਾਹੀਂ 6,32,671 ਕਰੋੜ ਰੁਪਏ ਦੇ ਕਰਜ਼ਿਆਂ 'ਤੇ ਲੀਕ ਮਾਰੀ ਹੈ। ਇਹ ਵਸੂਲੀ ਰਕਮ ਕਰਜ਼ੇ ਦਾ ਕੇਵਲ 17% ਹੈ। ਜਾਣੀ ਟੋਟਲ ਕਰਜ਼ਾ ਸੀਗਾ 6,32,671 ਕਰੋੜ, ਜਾਣੀ ਇੰਨਾ ਕਰਜ਼ਾ ਸੀ 6,32,671 ਕਰੋੜ। 6 ਕਰੋੜ ਨਹੀਂ ਤੁਸੀਂ ਸਮਝਣਾ, 6,32,671 ਕਰੋੜ ਕਰਜ਼ਾ ਸੀਗਾ ਇਹ, ਜਿਹਦੇ ਵਿੱਚੋਂ 1,08,544 ਕਰੋੜ ਰੁਪਏ ਦੀ ਵਸੂਲੀ ਹੋਈ ਹੈ। ਜਾਣੀ ਕਿ ਟੋਟਲ ਇਸ ਕਰਜ਼ੇ ਦੇ ਦੌਰਾਨ 13 ਤੋਂ ਲੈ ਕੇ 20 ਤੱਕ ਇਸ ਕਰਜ਼ੇ ਦੇ ਵਿੱਚੋਂ ਸਿਰਫ 17% ਲੈ ਕੇ ਬਾਕੀ ਮਾਫ ਕਰ ਦਿੱਤਾ, 83% ਛੱਡ ਦਿੱਤਾ ਗਿਆ। ਇਹਨਾਂ ਅੰਕੜਿਆਂ ਤੋਂ ਸਪਸ਼ਟ ਹੈ ਕਿ ਸਰਕਾਰ ਜੇ ਚਾਹੇ ਤਾਂ ਇਹਨਾਂ 23 ਫਸਲਾਂ ਨੂੰ ਘੱਟੋ ਘੱਟ ਕਾਨੂੰਨੀ ਖਰੀਦ 'ਤੇ ਕੋਈ ਮੁਸ਼ਕਲ ਨਹੀਂ। ਇਹਦੇ ਲਈ ਤਾਂ ਸਿਰਫ ਇਹਨਾਂ ਨੂੰ 1.5 ਲੱਖ ਕਰੋੜ ਹੀ ਚਾਹੀਦੇ ਨੇ। ਦੂਜੇ ਬੰਨੇ ਤੁਸੀਂ 6,32,671 ਕਰੋੜ ਦੇ ਵਿੱਚੋਂ ਸਿਰਫ 1,08,544 ਕਰੋੜ ਲੈ ਕੇ ਉਹਨਾਂ ਦਾ ਖਾਤਾ ਨਿਲ ਕਰ ਦਿੰਦੇ ਹੋ, ਨੱਕੀ ਕਰ ਦਿੰਦੇ ਹੋ। ਸਿਰਫ 17 ਕਰੋੜ ਲੈਂਦੇ ਹੋ
17% ਲੈਂਦੇ ਹੋ ਟੋਟਲ ਕਰਜ਼ਿਆਂ 'ਚੋਂ, ਬਾਕੀ 83% ਉਹਨਾਂ ਨੂੰ ਛੱਡ ਦਿੰਦੇ ਹੋ ਕਰਜ਼ਾ। ਜੇ ਉਹਨਾਂ ਨੂੰ ਇੰਨੀ ਰਿਆਇਤ ਦਿੱਤੀ ਜਾ ਸਕਦੀ ਹੈ ਤਾਂ ਇਹਨਾਂ ਗਰੀਬ ਭਾਰਤੀਆਂ ਨੂੰ ਉਹਨਾਂ ਦੀਆਂ ਫਸਲਾਂ ਜੋ ਉਗਾਉਂਦੇ ਨੇ, ਜਿਹਦਾ ਤੈਅ ਤੁਸੀਂ ਤੈਅ ਕਰਦੇ ਹੋ, ਤੁਹਾਡਾ ਕਮਿਸ਼ਨ ਸਰਕਾਰ ਤੈਅ ਕਰਦੀ ਹੈ ਕਿ ਇਹਨੂੰ ਇੰਨੀ ਕੀਮਤ 'ਤੇ ਮਿਲੇ। 1850 ਦੀ ਮੱਕੀ ਤੁਸੀਂ 600 ਨੂੰ ਕਿਉਂ ਖਰੀਦੋ? ਫਿਰ ਇੰਨਾ ਧੱਕਾ ਪਬਲਿਕ ਦੇ ਨਾਲ ਹੋ ਰਿਹਾ। ਕਿਸਾਨ ਫਿਰ ਤੁਹਾਡੇ ਗਲ ਗੂਠਾ ਨਾ ਦੇਣ ਤੇ ਹੋਰ ਕੀ ਕਰਨ? ਸਿਰਫ ਅਮੀਰਾਂ ਨੂੰ ਰਜਾਇਆ ਜਾ ਰਿਹਾ ਤੇ ਭੁੱਖਿਆਂ ਨੂੰ ਤਰਸਾਇਆ ਜਾ ਰਿਹਾ। ਇਹਨਾਂ ਅੰਕੜਿਆਂ ਤੋਂ ਸਪਸ਼ਟ ਹੈ ਕਿ ਸਰਕਾਰ ਜੇ ਚਾਹੇ ਤਾਂ 23 ਦੀਆਂ 23 ਫਸਲਾਂ ਘੱਟੋ ਘੱਟ ਸਮਰਥਨ ਮੁੱਲ 'ਤੇ ਖਰੀਦ ਸਕਦੀ ਹੈ। ਇਹਦੇ 'ਚ ਕੋਈ ਮੁਸ਼ਕਿਲ ਨਹੀਂ ਹੈ। ਨਾਲੇ ਇਹ ਕਿਸਾਨ ਤਾਂ ਇਹ ਕਹਿ ਰਹੇ ਨੇ ਕਿ ਸਾਰੀਆਂ ਫਸਲਾਂ ਦੀ ਉਪਜ ਸਰਕਾਰ ਹੀ ਖਰੀਦੇ, ਕਿ ਸਾਰੀਆਂ ਫਸਲਾਂ ਸਾਰੀ ਉਪਜ ਸਰਕਾਰ ਹੀ ਖਰੀਦੇ, ਤਾਂ ਉਹ ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਦਰਜਾ ਦੇਣ ਦੀ ਮੰਗ ਕਰ ਰਹੇ ਨੇ। ਕਾਨੂੰਨੀ ਦਰਜਾ ਦੇਣ ਲਈ ਇੱਕ ਹੋਰ ਕੰਮ ਕੀਤਾ ਜਾ ਸਕਦਾ, ਉਹ ਇਹ ਹੈ ਕਿ ਖੇਤੀ ਲਾਗਤਾਂ ਅਤੇ ਕੀਮਤਾਂ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦਿੱਤਾ ਜਾਵੇ। ਉਸ ਹਾਲਤ ਦੇ ਵਿੱਚ ਇਸ ਕਮਿਸ਼ਨ ਵੱਲੋਂ ਤੈਅ ਕੀਤੀਆਂ ਗਈਆਂ ਕੀਮਤਾਂ ਨੂੰ ਮੰਨਣ ਅਤੇ ਲਾਗੂ ਕਰਨ ਦੇ ਲਈ ਸਰਕਾਰ ਕਾਨੂੰਨੀ ਤੌਰ 'ਤੇ ਪਾਬੰਦ ਹੋਵੇ। ਖੈਰ, ਇਸ ਲੇਖ ਦਾ ਮੰਤਵ ਤਾਂ ਕੁਝ ਦਿਨ ਪਹਿਲਾਂ ਸਾਉਣੀ ਦੀਆਂ ਫਸਲਾਂ ਲਈ ਘੱਟੋ ਘੱਟ ਕੀਮਤਾਂ ਜਿਨ੍ਹਾਂ ਦਾ ਐਲਾਨ ਕੀਤਾ ਗਿਆ ਸੀ ਨੂੰ ਲੈ ਕੇ ਹੁਣ ਤੱਕ ਤੈਅ ਹੁੰਦੀਆਂ ਕੀਮਤਾਂ ਦੀ ਪੜਚੋਲ ਕਰਨੀ ਹੈ। ਸੋ ਇਸ ਲੇਖ ਦਾ ਮੁੱਖ ਮੰਤਵ ਕਣਕ ਅਤੇ ਝੋਨੇ ਦੀਆਂ ਘੱਟੋ ਘੱਟ ਕੀਮਤਾਂ ਦਾ ਵਿਸ਼ਲੇਸ਼ਣ ਹੈ। ਇਹ ਵਿਸ਼ਲੇਸ਼ਣ 1970 ਤੋਂ ਲੈ ਕੇ 2021 ਤੱਕ ਦਾ ਹੈ ਕਿ MSP ਦਾ ਸਮਰਥਨ ਮੁੱਲ ਦਾ ਕੀ ਵਿਸ਼ਲੇਸ਼ਣ ਰਿਹਾ। ਡਾਕਟਰ ਰਣਜੀਤ ਸਿੰਘ ਘੁੰਮਣ ਉੱਘੇ ਅਰਥਸ਼ਾਸਤਰੀ ਲਿਖਦੇ ਨੇ ਕਿ 2021-22 ਦੇ ਦੌਰਾਨ ਆਉਣ ਵਾਲੀ ਝੋਨੇ ਦੀ ਫਸਲ ਦੇ ਲਈ ਸਮਰਥਨ ਮੁੱਲ 1940 ਰੁਪਏ ਤੈਅ ਕੀਤਾ ਗਿਆ, ਜੋ 2021 ਦੇ ਨਾਲੋਂ ਪਿਛਲੇ ਸਾਲ ਦੇ ਨਾਲੋਂ 3.8% ਵੱਧ ਹੈ। ਜ਼ਿਕਰਯੋਗ ਹੈ ਕਿ 2018-19 ਦੇ ਵਿੱਚ ਇਹ ਵਾਧਾ 12.9% ਸੀ, ਜਾਣੀ ਕਿ 2 ਸਾਲ ਪਹਿਲਾਂ ਇਹ ਵਾਧਾ 12% ਸੀ, ਜਿਹੜਾ ਹੁਣ 3% ਕੀਤਾ ਗਿਆ। ਅਤੇ 2012 ਦੇ ਵਿੱਚ 8 ਸਾਲ ਪਹਿਲਾਂ ਇਹ ਵਾਧਾ 15.7% ਸੀ, ਜਾਣੀ ਹੁਣ ਦੇ ਕੀਤੇ ਵਾਧੇ ਦੇ ਨਾਲੋਂ 5 ਗੁਣਾ ਜ਼ਿਆਦਾ ਸੀ। ਸਾਲ 2008 ਦੇ ਵਿੱਚ ਇਹ ਵਾਧਾ 20% ਸੀ, ਜਾਣੀ ਕਿ ਇਸ ਸਾਲ ਦੇ ਵਾਧੇ 3.8% ਨਾਲੋਂ ਤੁਸੀਂ ਹਿਸਾਬ ਲਾ ਲਓ 6×18 6.5 ਗੁਣਾ ਜ਼ਿਆਦਾ ਸੀ। ਸਾਲ 1999 ਦੇ ਵਿੱਚ ਇਹ ਵਾਧਾ 10.6% ਸੀ। 1993-94 ਦੇ ਵਿੱਚ ਇਹ ਵਾਧਾ 20% ਸੀ। 1992-93 ਦੇ ਵਿੱਚ ਇਹ ਵਾਧਾ 16% ਸੀ। ਸਾਲ 88 ਤੇ 99 ਦੇ ਵਿੱਚ ਅਤੇ 91-92 ਦੇ ਵਿੱਚ ਇਹ ਵਾਧਾ 10% ਤੇ 14% ਦੇ ਦਰਮਿਆਨ ਸੀ। 1982 ਦੇ ਵਿੱਚ ਇਹ ਵਾਧਾ ਅਤੇ 1984 ਦੇ ਵਿੱਚ ਇਹ ਵਾਧਾ 5.7 ਤੇ 7.7% ਸੀ। 1978 ਦੇ ਵਿੱਚ ਇਹ ਵਾਧਾ 9.5% ਸੀ ਅਤੇ 1981 ਦੇ ਵਿੱਚ ਇਹ ਵਾਧਾ 11% ਸੀ। 1973 ਦੇ ਵਿੱਚ ਇਹ ਵਾਧਾ 1973-74 ਦੇ ਵਿੱਚ ਝੋਨੇ ਦੀ ਕੀਮਤ ਵਿੱਚ ਇਹ ਵਾਧਾ 29% ਸੀ, ਪਰ ਹੁਣ ਇਹ ਵਾਧਾ 3.8% ਹੈ। ਮਹਿੰਗਾਈ ਉਦੋਂ ਜ਼ਿਆਦਾ ਸੀ ਜਾਂ ਮਹਿੰਗਾਈ ਹੁਣ ਜ਼ਿਆਦਾ? ਕਿਸਾਨੀ 'ਤੇ ਖਰਚਾ ਡੀਜ਼ਲ ਦਾ ਉਦੋਂ ਜ਼ਿਆਦਾ ਸੀ ਖਾਦਾਂ 'ਤੇ ਜਾਂ ਹੁਣ ਜ਼ਿਆਦਾ? ਤੁਸੀਂ ਵੇਖੋ। ਸੋ ਕਣਕ ਦਾ ਸਮਰਥਨ ਮੁੱਲ ਪਿਛਲੇ ਸਾਲ 2021 ਦੇ ਮੁਕਾਬਲੇ ਅਤੇ 2022 ਦੇ ਮੁਕਾਬਲੇ ਨਵੇਂ ਦੇ ਵਿੱਚ 2.6% ਵਾਧਾ ਕੀਤਾ ਗਿਆ। ਇਸ ਦੇ ਮੁਕਾਬਲੇ 2021 ਦੇ ਵਿੱਚ ਇਹ ਵਾਧਾ ਪਿਛਲੇ ਸਾਲ 4.6% ਸੀ, ਜਿਹੜਾ ਇਸ ਵਾਰੀ 2.4% ਜਾਣੀ ਅੱਧਾ ਹੀ ਕੀਤਾ ਗਿਆ। 2016 ਦੇ ਵਿੱਚ ਇਹ ਵਾਧਾ 5.2% ਸੀ ਅਤੇ 2018 ਦੇ ਵਿੱਚ ਇਹ ਵਾਧਾ 6.8% ਸੀ। ਅੰਕੜੇ ਨੇ ਥੋੜ੍ਹੇ ਜਿਹੇ ਸਮਝਣੇ ਚਾਹੀਦੇ ਨੇ ਅਤੇ ਤੁਹਾਨੂੰ ਅਸਲ ਸਥਿਤੀ ਪਤਾ ਲੱਗ ਜਾਏਗੀ ਕਿ ਕਿਸਾਨ ਭਾਈ ਸਹੀ ਪਿੱਟ ਰਹੇ ਨੇ। ਇਹ ਅੰਕੜੇ ਬਹੁਤ ਸਾਰੇ ਸੱਜਣਾਂ ਨੂੰ ਜਿਹੜੇ ਨਾ ਖਾਸ ਕਰਕੇ ਪੰਜਾਬੀ ਹਿਸਾਬ ਕਿਤਾਬ 'ਚ ਨਹੀਂ ਪੈਂਦੇ ਹੁੰਦੇ, ਤਕਸੀਮਾਂ ਜਰਬਾਂ 'ਚ ਨਹੀਂ ਪੈਂਦੇ, ਇਸੇ ਕਰਕੇ ਪੰਜਾਬੀ ਲੁੱਟੇ ਜਾਂਦੇ ਨੇ। ਅਸੀਂ ਇਹਨਾਂ ਨੂੰ ਸੁਣਨਾ ਵੀ ਨਹੀਂ ਚਾਹੁੰਦੇ, ਸਾਡੀ ਤਰਾਸਦੀ ਹੈ। ਇੱਦਾਂ ਦਾ ਆਰਟੀਕਲ ਨਾ ਅਸੀਂ ਬਿਨਾਂ ਪੜ੍ਹੇ ਵਰਕਾ ਗਾਹਾਂ ਥਲ ਦਿੰਦੇ। ਸਾਡੇ ਲਈ ਤਾਂ ਚਾਹੁੰਦੀਆਂ ਖਬਰਾਂ ਹੀ ਹੁੰਦੀਆਂ ਨੇ ਕਿ ਹਾਂ ਬਾਜਵੇ ਨੇ ਉਹਨੂੰ ਗਾਲਾਂ ਕੱਢੀਆਂ, ਬਾਦਲ ਨੇ ਉਹਨੂੰ ਗਾਲਾਂ ਕੱਢੀਆਂ ਅਤੇ ਭਗਵੰਤ ਮਾਨ ਨੇ ਉਹਦੀ ਖਿੱਲੀ ਉਡਾਈ। ਅਸੀਂ ਇਹ ਕੁਝ ਸਿੱਖਣਾ ਅਤੇ ਫਿਰ ਅਕਲ ਸਾਨੂੰ ਕਿੱਥੋਂ ਆਉਣੀ ਹੈ? ਨਾ ਸਾਡਾ ਮੀਡੀਆ ਇਹਨਾਂ ਚੀਜ਼ਾਂ ਨੂੰ ਛਾਪਦਾ ਹੈ, ਜੇ ਛਾਪ ਦੇਵੇ ਤਾਂ ਅਸੀਂ ਪੜ੍ਹਨਾ ਸੁਣਨਾ ਵੀ ਨਹੀਂ ਚਾਹੁੰਦੇ। ਅਤੇ ਫਿਰ ਸਾਨੂੰ ਡਿਬੇਟ ਕਰਨ ਦਾ ਗਿਆਨ ਕਿੱਥੇ ਆ ਗਿਆ? ਅਸੀਂ ਡਿਬੇਟ ਨਹੀਂ, ਡਾਂਗ ਮਾਰਨ ਜੋਗੇ ਹਾਂ ਬਸ, ਤਰਕ ਨਹੀਂ ਅਸੀਂ ਕਰਦੇ।
ਤਰਕ ਤਾਂ ਹੀ ਆਏਗਾ ਜੇ ਤੁਸੀਂ ਕੁਛ ਸਟੱਡੀ ਕਰੋਗੇ ਤੀਖਣਤਾ ਦੇ ਨਾਲ। ਇਸ ਸੰਬੰਧੀ ਸਾਲ 2012-13 ਦੇ ਵਿੱਚ ਕਣਕ ਦੀਆਂ ਕੀਮਤਾਂ ਦੇ ਵਿੱਚ ਇਹ ਵਾਧਾ 9.8% ਸੀ ਅਤੇ 2010-11 ਦੇ ਵਿੱਚ ਇਹ ਵਾਧਾ 6.4% ਸੀ। ਅਤੇ ਇਸੇ ਤਰ੍ਹਾਂ ਸਾਲ 2007-8 ਦੇ ਵਿੱਚ ਇਹ ਵਾਧਾ 17% ਸੀ ਕਣਕ ਦਾ, ਅਤੇ 2005 ਦੇ ਵਿੱਚ ਇਹ ਵਾਧਾ 21.4% ਸੀ ਕਣਕ ਦੇ MSP 'ਚ ਵਾਧਾ। ਇਸੇ ਤਰ੍ਹਾਂ 1996 ਦੇ ਵਿੱਚ ਇਹ ਕਣਕ ਦਾ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਵਾਧਾ ਸੀ ਉਹ 25% ਵਾਧਾ ਕੀਤਾ ਗਿਆ ਸੀ। 1992 ਦੇ ਵਿੱਚ ਇਹ 17.9%, 1991 ਦੇ ਵਿੱਚ ਇਹ 24.4%, 1973 ਦੇ ਵਿੱਚ ਇਹ ਵਾਧਾ ਕਣਕ ਦੀ ਕੀਮਤ ਦੇ ਵਿੱਚ 29.6% ਸੀਗਾ। ਉਦੋਂ ਡੀਜ਼ਲ ਕਿੰਨਾ ਸਸਤਾ ਸੀ ਅਤੇ ਅੱਜ ਡੀਜ਼ਲ ਅਤੇ ਖਾਦਾਂ, ਪੈਸਟੀਸਾਈਡ ਅਤੇ ਲੇਬਰ ਕਿੰਨੀ ਮਹਿੰਗੀ ਹੈ। ਪਰ ਉਦੋਂ ਇਹ ਕਣਕ 'ਚ ਵਾਧਾ 20 ਸਾਲ ਪਹਿਲਾਂ 1970 ਦੇ ਵਿੱਚ 29% ਸੀ, 29.5% ਸੀ ਬਲਕਿ, ਅਤੇ ਹੁਣ ਇਹ ਵਾਧਾ ਸਿਰਫ ਅਤੇ ਸਿਰਫ ਇਸ ਵਾਰੀ ਜੋ ਕੀਤਾ ਗਿਆ ਕਣਕ ਦੀ ਕੀਮਤ 'ਚ ਇਹ ਵਾਧਾ 3.8% ਹੈ। ਤੁਸੀਂ ਹਿਸਾਬ ਲਾ ਲਓ, ਕਿੱਥੇ 3 ਅਤੇ ਕਿੱਥੇ 29.6%। ਇਸ ਸਾਰਣੀ ਦੇ ਵਿੱਚ ਦਿੱਤੇ ਅੰਕੜੇ ਮੋਟੇ ਤੌਰ 'ਤੇ ਇਹ ਸਪਸ਼ਟ ਕਰਦੇ ਨੇ ਕਿ ਜਦੋਂ ਵੀ ਪਹਿਲੇ ਸਾਲ ਜਾਂ ਸਾਲ ਦੇ ਮੁਕਾਬਲੇ ਜ਼ਿਆਦਾ ਫੀਸਦੀ ਵਾਧਾ ਹੋਇਆ, ਉਸ ਸਾਲ ਜਾਂ ਤਾਂ ਪਾਰਲੀਮੈਂਟ ਚੋਣਾਂ ਦਾ ਸਾਲ ਰਿਹਾ ਜਾਂ ਫਿਰ 1-2 ਸਾਲ ਪਹਿਲਾਂ ਵਾਲਾ ਸੀ ਪਾਰਲੀਮੈਂਟ ਤੋਂ, ਜਿਸ ਕਰਕੇ ਸੂਬਾਈ ਚੋਣਾਂ ਵਾਲਾ ਸਾਲ ਜਾਂ ਫਿਰ ਸੋਕੇ ਵਾਲਾ ਸਾਲ ਇਹ ਕਾਰਨ ਸੀਗਾ। ਸਪਸ਼ਟ ਹੈ ਕਿ ਘੱਟੋ ਘੱਟ ਸਮਰਥਨ ਮੁੱਲ ਦੇ ਵਿੱਚ ਆਮ ਦੇ ਨਾਲੋਂ ਜ਼ਿਆਦਾ ਵਾਧਾ ਵੋਟਾਂ ਵਟੋਰਨ ਦੇ ਲਈ ਕੀਤਾ ਜਾਂਦਾ ਰਿਹਾ, ਜਾਂ ਵੋਟਾਂ ਵਟੋਰਨ ਦੇ ਮੰਤਵ ਦੇ ਨਾਲ ਜਾਂ ਸ਼ਾਰਟੇਜ ਦੇ ਨਾਲ। ਸਵਾਲ ਪੈਦਾ ਹੁੰਦਾ ਕਿ ਅਜਿਹੇ ਸਾਲਾਂ ਦੇ ਵਿੱਚ ਘੱਟੋ ਘੱਟ ਸਮਰਥਨ ਮੁੱਲ ਦੇ ਵਿੱਚ ਜ਼ਿਆਦਾ ਫੀਸਦੀ ਵਾਧਾ ਕੀਤਾ ਜਾਂਦਾ। ਤੁਸੀਂ ਹੁਣ ਵੀ ਵੇਖ ਲਓ, ਜਿਵੇਂ ਡਾਕਟਰ ਸਾਹਿਬ ਨੇ ਵੀ ਕਿਹਾ, 2023 ਦੇ ਵਿੱਚ ਜਦੋਂ ਮੋਦੀ ਸਾਹਿਬ ਦੇ ਮੂਹਰੇ ਸੱਪ ਖੜ੍ਹਾ ਹੋਣਾ ਨਾ ਚੋਣਾਂ ਦਾ, ਉਦੋਂ ਦੇਖੋ ਇਹ ਰੇਟ ਕਿੰਨੇ ਵਧਣਗੇ। ਉਦੋਂ ਫਿਰ 2-3% ਨਹੀਂ, ਉਹ 13 ਜਾਂ 33% ਵੀ ਕਰਨਗੇ ਵਾਧਾ, ਜਦੋਂ ਬੇਲਣੇ 'ਚ ਵਾਹ ਆਉਣੀ ਆ। ਸੋ ਜਿਹੜੇ ਸਾਲ ਇਲੈਕਸ਼ਨ ਹੁੰਦੀ ਹੈ ਉਦੋਂ ਇਹ ਵਾਧਾ ਜ਼ਿਆਦਾ ਕਰ ਦਿੱਤਾ ਜਾਂਦਾ ਕਿਸਾਨੀ ਨੂੰ ਖੁਸ਼ ਕਰਨ ਦੇ ਵਾਸਤੇ। 2020 ਦੇ ਜਿਹੜੇ ਤਿੰਨੇ ਖੇਤੀ ਕਾਨੂੰਨ ਨੇ, ਇਹਨਾਂ ਦੀ ਲਗਾਤਾਰਤਾ ਅਤੇ ਡੂੰਘਾਈ ਨਾਲ ਅਧਿਐਨ ਕੀਤਾ ਜਾਵੇ ਅਤੇ ਉਹ ਵੀ ਪੜ੍ਹਿਆ ਜਾਵੇ ਜੋ ਪੰਕਤੀਆਂ ਦੇ ਵਿਚਾਲੇ ਨਹੀਂ ਲਿਖਿਆ ਹੁੰਦਾ, ਤਾਂ ਉਪਰੋਕਤ ਸਵਾਲਾਂ ਦੇ ਜਵਾਬ ਸਹਿਜੇ ਮਿਲ ਜਾਂਦੇ ਨੇ। ਜਾਪਦਾ ਇੰਝ ਵੀ ਹੈ ਕਿ ਸਰਕਾਰ ਨਹੀਂ ਚਾਹੁੰਦੀ ਕਿ ਜਿਸ ਮੰਤਵ ਜਾਣੀ ਕਿ ਨਿੱਜੀ ਵੱਡੀਆਂ ਕੰਪਨੀਆਂ ਦੇ ਲਈ ਖੇਤੀ ਖੇਤਰ ਦੇ ਕਬਜ਼ੇ ਵਾਲਾ ਰਾਹ ਪੱਧਰਾ ਕਰਨਾ, ਕੋਵਿਡ ਅਤੇ ਸੰਪੂਰਨ ਤਾਲਾਬੰਦੀ ਦੇ ਚੱਲਦਿਆਂ ਇਹ ਤਿੰਨੇ ਕਾਨੂੰਨ ਆਰਡੀਨੈਂਸ ਵਿਧੀ ਨਾਲ ਜਾਰੀ ਕਰਕੇ ਬਣਾਏ ਗਏ ਨੇ, ਉਸ ਮੰਤਵ ਦੀ ਪੂਰਤੀ ਨਾ ਕਰ ਸਕੇ। ਸਰਕਾਰ ਨੂੰ ਪਤਾ ਕਿ ਜੇ ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਦਰਜਾ ਦਿੱਤਾ ਗਿਆ ਤਾਂ ਅਜਿਹੀਆਂ ਵੱਡੀਆਂ ਕੰਪਨੀਆਂ 'ਤੇ ਕੇਸ ਚੱਲਣ ਦੀਆਂ ਸੰਭਾਵਨਾਵਾਂ ਹੋ ਸਕਦੀਆਂ ਨੇ, ਜੋ ਸਰਕਾਰ ਨਹੀਂ ਚਾਹੁੰਦੀ। ਇੱਥੇ ਇੱਕ ਗੱਲ ਹੋਰ ਵੀ ਵਿਸ਼ੇਸ਼ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ, ਜਿਵੇਂ ਕਿ ਸ਼ਾਂਤਾ ਕੁਮਾਰ ਕਮੇਟੀ ਅਤੇ ਨੀਤੀ ਆਯੋਗ ਦੀਆਂ ਰਿਪੋਰਟਾਂ ਤੋਂ ਸੰਕੇਤ ਮਿਲ ਰਹੇ ਨੇ ਕਿ ਸਰਕਾਰੀ ਖਰੀਦ ਘਟਣ ਜਾ ਰਹੀ ਹੈ। ਅਨਾਜ ਸੁਰੱਖਿਆ ਕਾਨੂੰਨ ਦੇ ਰਾਹੀਂ 67% ਆਬਾਦੀ ਨੂੰ ਕਵਰ ਕਰਨ ਦੀ ਬਜਾਏ 40% ਆਬਾਦੀ ਨੂੰ ਹੀ ਅਨਾਜ ਸੁਰੱਖਿਆ ਦੇ ਅਧੀਨ ਕਵਰ ਕਰਨ ਦੀ ਤਜਵੀਜ਼ ਹੈ। ਸਪਸ਼ਟ ਹੈ ਕਿ ਜਦੋਂ ਸਰਕਾਰੀ ਖਰੀਦ ਘਟੇਗੀ ਅਤੇ ਨਿੱਜੀ ਕੰਪਨੀਆਂ ਦੀ ਖਰੀਦ ਵਧੇਗੀ। ਅਜਿਹੇ ਹਾਲਤ ਦੇ ਵਿੱਚ ਖਰੀਦ ਦਾ ਜਿਹੜਾ ਏਕਾਧਿਕਾਰ ਹੈ, ਮੋਨੋਪੋਲੀ ਹੈ, ਮੋਨੋਸਪੋਨੀ ਹੈ, ਅਤੇ ਉਹ ਵੱਡੀਆਂ ਕੰਪਨੀਆਂ ਦੀ ਹੋਵੇਗੀ ਜਾਂ ਵੱਡੇ ਕਿਸਾਨਾਂ ਦੀ ਹੋਵੇਗੀ, ਜੋ ਪੂਰੇ ਭਾਰਤ ਦੇ ਵਿੱਚ ਤਕਰੀਬਨ 15 ਕਰੋੜ ਨੇ। ਕੁਝ ਵੱਡੀਆਂ ਕੰਪਨੀਆਂ ਕਿਸਾਨਾਂ ਨੂੰ, ਜੋ ਪੂਰੇ ਭਾਰਤ 'ਚ 15 ਕਰੋੜ ਨੇ, ਉਹਨਾਂ ਤੋਂ 69% ਸੀਮਾਂਤ ਅਤੇ 17% ਛੋਟੇ ਕਿਸਾਨ ਨੇ। 15 ਕਰੋੜ ਕਿਸਾਨਾਂ 'ਚੋਂ 69% ਜਿਹੜੇ ਨੇ ਸੀਮਾਂਤ ਨੇ ਅਤੇ 17% ਛੋਟੇ ਨੇ, ਨੂੰ ਆਪਣੇ ਵੱਲੋਂ ਤੈਅ ਕੀਤੀਆਂ ਮਰਜ਼ੀ ਦੀਆਂ ਕੀਮਤਾਂ 'ਤੇ ਧੌਂਸ ਨਾਲ ਮਨਾਉਣਗੀਆਂ ਕਿ ਇਸ ਰੇਟ ਨੂੰ ਦੇਣੀਆਂ ਦਿਓ, ਨਹੀਂ ਤਾਂ ਰੱਖੋ ਆਪਣੀ ਕਣਕ ਝੋਨਾ। ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਦਰਜਾ ਮਿਲਣ ਦੇ ਨਾਲ ਉਸ ਤੋਂ ਘੱਟ ਕੀਮਤ 'ਤੇ ਖਰੀਦਣਾ ਗੈਰ ਕਾਨੂੰਨੀ ਹੋਵੇਗਾ। ਸਰਕਾਰ ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਦਰਜਾ ਦੇ ਕੇ ਆਪਣੇ ਜੋਟੀਦਾਰਾਂ ਨੂੰ ਅਜਿਹੇ ਸੰਕਟ ਦੇ ਵਿੱਚ ਹਰਗਿਜ਼ ਨਹੀਂ ਪਾਏਗੀ, ਖਾਸ ਕਰਕੇ ਮੋਦੀ, ਕਿਉਂਕਿ MSP ਨੂੰ ਜੇ ਕਾਨੂੰਨੀ ਦਰਜਾ ਮਿਲ ਜਾਂਦਾ ਤਾਂ ਫਿਰ ਉਸ ਕੀਮਤ 'ਤੇ ਉਹਨਾਂ ਨੂੰ ਖਰੀਦਣਾ ਪੈਣਾ। ਇਸ ਕਰਕੇ MSP ਨੂੰ ਕਾਨੂੰਨੀ ਦਰਜਾ
ਦੇਣ ਤੋਂ ਮੋਦੀ ਸਰਕਾਰ ਭੱਜ ਰਹੀ ਹੈ। ਇੱਕ ਗੱਲ ਹੋਰ ਹੈ ਕਿ 1991 ਦੀਆਂ ਜਿਹੜੀਆਂ ਉਦਾਰੀਕਰਨ ਅਤੇ ਨਿੱਜੀਕਰਨ ਅਤੇ ਸੰਸਾਰੀਕਰਨ 'ਤੇ ਆਧਾਰਿਤ ਆਰਥਿਕ ਨੀਤੀਆਂ ਨੇ ਅਤੇ ਜਿਹੜੀ ਸੰਸਾਰ ਵਪਾਰ ਸੰਸਥਾ, ਵਿਸ਼ਵ ਵਪਾਰ ਸੰਸਥਾ ਹੈ, ਉਸ ਦਾ ਦਬਾਅ ਅਤੇ ਨੀਤੀਆਂ ਦੇ ਤਹਿਤ ਭਾਰਤ ਸਰਕਾਰ ਕਿਸਾਨਾਂ ਦੀ ਖੈਰ ਖਵਾਹ ਨਹੀਂ ਹੈ। ਨਵ ਉਦਾਰਵਾਦੀ ਆਰਥਿਕ ਨੀਤੀਆਂ ਨੇ ਸਰਕਾਰਾਂ ਦੇ ਅਜਿਹੇ ਖਾਸ ਨੂੰ ਹੋਰ ਵੀ ਬੇਪਰਦ ਕਰ ਦਿੱਤਾ। ਹਾਂ, ਕਦੀ ਕਦੀ ਕਰਜ਼ ਮੁਆਫੀ ਜਿਵੇਂ ਕਿ UPA 1 ਨੇ ਕੀਤਾ ਸੀ ਜਾਂ ਮੌਜੂਦਾ ਸਰਕਾਰ ਵੱਲੋਂ ਕਿਸਾਨ ਸਮਾਦ ਨਿਧੀ ਤਹਿਤ ਛੋਟੇ ਕਿਸਾਨਾਂ ਨੂੰ 6,000 ਰੁਪਏ ਸਾਲਾਨਾ ਦੇਣਾ ਆਦਿ ਸਕੀਮਾਂ ਦੇ ਰਾਹੀਂ ਸਰਕਾਰਾਂ ਕਿਸਾਨ ਪੱਖੀ ਹੋਣ ਦਾ ਦਾਅਵਾ ਜਿਹਾ ਕਰਦੀਆਂ ਨੇ, ਪਰ ਅਸਲ 'ਚ ਅਜਿਹਾ ਨਹੀਂ ਹੈ। ਸਭ ਕੁਝ ਵੋਟਾਂ ਲੈਣ ਦਾ ਜੁਗਾੜ ਹੈ। ਕਿਸਾਨਾਂ ਨੂੰ ਭਰਮ ਭੁਲੇਖਿਆਂ ਦੇ ਵਿੱਚ ਰੱਖਣ ਦੇ ਲਈ ਕਦੇ ਕਦਾਈ ਥੋੜ੍ਹੀ ਬਹੁਤੀ ਰਾਹਤ ਦੇ ਕੇ ਵੱਡੀਆਂ ਕੰਪਨੀਆਂ ਲਈ ਰਾਹ ਪੱਧਰਾ ਕੀਤਾ ਜਾਂਦਾ ਹੈ। ਜੇ ਅਜਿਹਾ ਨਾ ਹੁੰਦਾ ਤਾਂ 2014 ਦੀਆਂ ਸੰਸਦੀ ਚੋਣਾਂ ਤੋਂ ਪਹਿਲਾਂ NDA ਵੱਲੋਂ ਸਵਾਮੀਨਾਥਨ ਕਮਿਸ਼ਨ, ਰਾਸ਼ਟਰੀ ਕਿਸਾਨ ਕਮਿਸ਼ਨ ਦੀ MSP ਦੇਣ ਨੂੰ ਪੂਰਾ ਕਰਨਾ ਬਣਦਾ ਸੀ, ਜੋ ਅਜੇ ਤੱਕ ਨਹੀਂ ਕੀਤਾ ਗਿਆ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ UPA 2 ਦੀ ਸਰਕਾਰ ਵੱਲੋਂ, ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵੱਲੋਂ ਪ੍ਰੋਫੈਸਰ ਰਮੇਸ਼ ਚੰਦ, ਜੋ ਬਾਅਦ ਦੇ ਵਿੱਚ NDA ਸਰਕਾਰ ਵੱਲੋਂ ਨੀਤੀ ਆਯੋਗ ਦੇ ਮੈਂਬਰ ਬਣਾਏ ਗਏ, ਦੀ ਅਗਵਾਈ ਦੇ ਹੇਠ ਅਪ੍ਰੈਲ 2013 ਦੇ ਵਿੱਚ ਘੱਟੋ ਘੱਟ ਸਮਰਥਨ ਮੁੱਲ ਨਿਰਧਾਰਤ ਕਰਨ ਦੀ ਸਮੁੱਚੀ ਵਿਧੀ ਦੀ ਸਮੀਖਿਆ ਕਰਨ ਲਈ ਕਮੇਟੀ ਬਣਾਈ ਗਈ। ਕਮੇਟੀ ਨੇ ਮਾਰਚ 2020 ਦੇ ਵਿੱਚ ਆਪਣੀ ਰਿਪੋਰਟ ਸਰਕਾਰ ਨੂੰ ਸੌਂਪਦੇ ਹੋਏ ਬਹੁਤ ਸਾਰੀਆਂ ਸਿਫਾਰਸ਼ਾਂ ਤੋਂ ਇਲਾਵਾ C2 ਲਾਗਤਾਂ, ਜਿਸ ਦੇ ਵਿੱਚ ਕਿਸਾਨ 50% ਵਾਧਾ ਕਰਕੇ ਘੱਟੋ ਘੱਟ ਸਮਰਥਨ ਮੁੱਲ ਦੀ ਮੰਗ ਕਰ ਰਹੇ ਨੇ, ਵਿੱਚ ਜ਼ਮੀਨ ਦਾ ਅਸਲ ਰੈਂਟ ਜੋ ਕਿਰਾਇਆ ਜਾਂ ਠੇਕਾ ਜਮ੍ਹਾਂ ਕਰਨ ਤੋਂ ਇਲਾਵਾ ਫਸਲ ਦੀ ਕਟਾਈ ਬਾਅਦ ਦੀਆਂ ਲਾਗਤਾਂ ਜਿਵੇਂ ਸਫਾਈ, ਗ੍ਰੇਡਿੰਗ, ਸੁਕਾਈ, ਭਰਾਈ, ਮੰਡੀਕਰਨ, ਟਰਾਂਸਪੋਰਟ ਵੀ ਸ਼ਾਮਲ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਕਮੇਟੀ ਨੇ ਇਹ ਵੀ ਸਿਫਾਰਿਸ਼ ਕੀਤੀ ਸੀ ਕਿ ਖੇਤੀ ਪਰਿਵਾਰ ਦੇ ਮੁਖੀ ਜੋ ਖੇਤੀ ਦਾ ਕੰਮ ਕਰ ਰਿਹਾ ਨੂੰ ਹੁਨਰਮੰਦ ਵਿਅਕਤੀ ਸਮਝ ਕੇ ਉਸ ਦੀ ਲਾਗਤ ਨੂੰ ਵੀ ਖੇਤੀ ਲਾਗਤਾਂ ਦੇ ਵਿੱਚ ਜਮ੍ਹਾਂ ਕੀਤਾ ਜਾਵੇ ਅਤੇ ਇਸ ਤੋਂ ਇਲਾਵਾ C2 ਲਾਗਤਾਂ ਦਾ 10% ਦੇ ਬਰਾਬਰ ਰਕਮ ਕਿਸਾਨ ਵੱਲੋਂ ਉਠਾਏ ਗਏ ਜੋਖਮ ਅਤੇ ਪ੍ਰਬੰਧਕੀ ਯੋਗਦਾਨ ਵਜੋਂ ਵੀ ਜਮ੍ਹਾਂ ਕੀਤੀ ਜਾਵੇ। ਸਪਸ਼ਟ ਹੈ ਕਿ ਰਮੇਸ਼ ਚੰਦਰ ਕਮੇਟੀ ਦੀਆਂ ਸਿਫਾਰਸ਼ਾਂ ਦੇ ਆਧਾਰਿਤ ਖੇਤੀ ਲਾਗਤਾਂ ਮਿੱਥੀਆਂ ਜਾਣ ਤਾਂ ਉਹ C2 ਯਾਨੀ ਕਿ ਮੌਜੂਦਾ C2 ਜੋ ਕਾਫੀ ਜ਼ਿਆਦਾ ਹੈ, ਤਕਰੀਬਨ 25% ਦੇ ਬਰਾਬਰ ਹੋਵੇਗੀ। ਅਤੇ ਦੂਜਾ, ਅਜਿਹੀ ਵਿਧੀ ਦੁਆਰਾ ਨਿਰਧਾਰਿਤ ਕੀਤੀ ਗਈ C2 ਲਾਗਤ ਦੇ ਉੱਪਰ ਜਦੋਂ 50% ਹੋਰ ਜਮ੍ਹਾਂ ਕੀਤਾ ਜਾਵੇਗਾ ਜਾ ਕੇ ਸਵਾਮੀਨਾਥਨ MSP ਬਣੇਗੀ। ਤਾਂ ਜਾ ਕੇ ਸਵਾਮੀਨਾਥਨ ਜਾਣੀ ਇਸ ਰਮੇਸ਼ ਚੰਦਰ ਦੀਆਂ ਸਿਫਾਰਸ਼ਾਂ 'ਤੇ ਜੇ 50% ਹੋਰ ਜਮ੍ਹਾਂ ਕੀਤਾ ਜਾਵੇ ਤਾਂ ਜਾ ਕੇ ਸਵਾਮੀਨਾਥਨ MSP ਬਣੇਗੀ। ਜਾਣੀ ਕਿ ਇਹ ਜਿਹੜਾ ਹੁਣ ਨੀਤੀ ਆਯੋਗ ਦੇ ਰਮੇਸ਼ ਚੰਦਰ ਆਏ ਨੇ, ਜੋ ਇਹਨਾਂ ਨੇ ਹਦਾਇਤਾਂ ਦਿੱਤੀਆਂ ਨੇ, ਇਹਨਾਂ ਦੀਆਂ ਸਾਰੀਆਂ ਹਦਾਇਤਾਂ ਸਿਫਾਰਸ਼ਾਂ ਦੇ ਵਿੱਚ 50% ਹੋਰ ਜਮ੍ਹਾਂ ਕਰ ਦਿਓ, ਡਬਲ ਕਰ ਦਿਓ, ਤਾਂ ਜਾ ਕੇ MSP ਇਹ ਜਿਹੜੀ ਸਵਾਮੀਨਾਥਨ ਕਮੇਟੀ ਹੈ ਉਹਦੇ ਬਰਾਬਰ ਇਹ ਬਣੇਗੀ। ਜਾਣੀ ਇਹ ਵੀ ਰਮੇਸ਼ ਚੰਦਰ ਵੀ ਜੋ ਸਰਕਾਰ ਨੇ ਨਿਯੁਕਤ ਕੀਤਾ ਨੀਤੀ ਆਯੋਗ ਦਾ, ਇਹ ਵੀ ਸਵਾਮੀਨਾਥਨ ਤੋਂ 50% ਘੱਟ ਕਰ ਰਿਹਾ। ਅਜਿਹੀ ਰਕਮ ਸਰਕਾਰ ਵੱਲੋਂ A2 ਲਾਗਤਾਂ ਜਮ੍ਹਾਂ ਪਰਿਵਾਰਕ ਕਿਰਤ ਦੀ ਲਾਗਤ 'ਤੇ ਆਧਾਰਿਤ ਨੇ, ਦਿੱਤੇ ਜਾ ਰਹੇ ਘੱਟੋ ਘੱਟ ਸਮਰਥਨ ਮੁੱਲ ਤੋਂ ਇਹ ਬਹੁਤ ਜ਼ਿਆਦਾ ਹੋਵੇਗੀ। ਕਾਬਲੇ ਜ਼ਿਕਰ ਹੈ ਕਿ 2020-21 ਦੀ ਝੋਨੇ ਦੀ ਫਸਲ ਉੱਪਰ ਮੌਜੂਦਾ C2 ਜਮ੍ਹਾਂ 50% ਸਰਕਾਰ ਦੁਆਰਾ ਦਿੱਤੀ MSP ਤੋਂ ਤਕਰੀਬਨ 34% ਜ਼ਿਆਦਾ ਸੀ। ਕਣਕ ਦੇ ਕੇਸ ਦੇ ਵਿੱਚ ਇਹ ਅੰਤਰ 9% ਸੀਗਾ, 9% ਤੋਂ ਵੱਧ, ਥੋੜ੍ਹਾ ਜਿਹਾ ਵੱਧ ਸੀਗਾ। ਇਸ ਅੰਤਰ ਨੂੰ ਆਧਾਰ ਮੰਨ ਕੇ ਸਾਲ ਮੰਨ ਕੇ ਸਾਲ 2021 ਦੇ ਵਿੱਚ ਦੋਸਤੋ ਆਪਣਾ ਜ਼ਿਕਰ ਚੱਲ ਰਿਹਾ ਡਾਕਟਰ ਰਣਜੀਤ ਸਿੰਘ ਘੁੰਮਣ ਉੱਘੇ ਅਰਥ ਸ਼ਾਸਤਰੀ ਦੇ ਆਰਟੀਕਲ 'ਤੇ। ਵੈਸੇ ਤਾਂ ਬਹੁਤੇ ਸੱਜਣਾਂ ਨੂੰ ਇਸ ਤਰ੍ਹਾਂ ਦੇ ਅੰਕੜੇ ਬੋਰ ਜਿਹੇ ਲੱਗਦੇ ਨੇ, ਪਰ ਫਿਰ ਵੀ ਸਾਡੀ ਜੌਬ ਹੈ ਕਿ ਅੱਛੀਆਂ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ। ਇਹਦੇ ਬਾਰੇ ਫੀਡਬੈਕ ਜ਼ਰੂਰ ਦਿਆ ਕਰੋ, ਕਿਉਂਕਿ ਸਭ ਕੁਝ ਸਿਫਾਰਿਸ਼ 'ਤੇ ਹੈ। ਕੋਈ ਵੀ ਪ੍ਰੋਗਰਾਮ ਜਦੋਂ ਹਿੱਟ ਹੁੰਦਾ ਨਾ, ਜੇ ਉਹਦੀ ਹਿੱਟ ਜ਼ਿਆਦਾ ਹੈ, ਬਹੁਤੇ ਲੋਕ ਉਸ ਤਾਦਾਦ ਨੂੰ ਵੇਖ ਕੇ ਉਸ ਨੂੰ ਵੇਖਦੇ ਨੇ। ਇਸ ਕਰਕੇ ਜਿਹੜਾ ਪ੍ਰੋਗਰਾਮ ਇੱਕ ਵਾਰੀ ਹਿੱਟ ਹੋ ਜਾਵੇ ਨਾ, ਉਹਨੂੰ ਲੋਕ ਫਿਰ ਹਿੱਟ 'ਤੇ ਹਿੱਟ ਕਰੀ ਜਾਂਦੇ ਨੇ। ਜਿਵੇਂ 4 ਬੰਦੇ ਕਿਤੇ ਖੜ੍ਹ ਜਾਂਦੇ ਆ ਨਾ, ਸਾਡੇ ਰਵਿੱਦ ਹੈ, ਅਸੀਂ ਮੋਦੀ ਕਾਲਜ ਅਸੀਂ ਬਹੁਤ ਕਰਦੇ ਰਹੇ ਹਾਂ ਇੱਦਾਂ ਦੀਆਂ ਸ਼ਰਾਰਤਾਂ। ਕਦੇ ਕਦੇ ਡਾਕਟਰ ਰਣਜੀਤ ਸਿੰਘ ਘੁੰਮਣ ਵੀ ਉੱਥੋਂ ਲੰਘਦੇ ਹੁੰਦੇ ਸੀ, ਇਹਨਾਂ ਨੂੰ ਵੇਖ ਕੇ ਫਿਰ ਟਿੱਬ ਜਾਈਦਾ ਸੀਗਾ।
ਯੈਲੋ ਸਕੂਟਰ ਹੁੰਦਾ ਸੀ ਰਣਜੀਤ ਸਿੰਘ ਘੁੰਮਣ ਹੋਰਾਂ ਕੋਲ। ਇੱਕ ਵਾਰੀ ਸਾਡਾ ਐਕਸੀਡੈਂਟ ਹੋ ਗਿਆ, ਸਕੂਟਰਾਂ 'ਚ ਸਕੂਟਰ ਭਿੜ ਗਏ। ਫਿਰ ਡਾਕਟਰ ਰਣਜੀਤ ਸਿੰਘ ਘੁੰਮਣ ਸਾਨੂੰ ਹੌਸਪੀਟਲ ਵੀ ਛੱਡ ਕੇ ਆਏ ਸਨ। ਫੁਹਾਰੇ ਚੌਕ 'ਤੇ ਸਕੂਟਰ ਭਿੜ ਗਏ ਸੀ ਸਾਡੇ। ਸੋ ਅਸੀਂ ਆਖਿਆ ਡਾਕਟਰ ਸਾਹਿਬ ਸਾਨੂੰ ਸਕੂਟਰ ਦੇ ਦਿਓ। ਕਹਿੰਦੇ ਸਕੂਟਰ ਤੁਹਾਨੂੰ ਨਹੀਂ ਦੇਣਾ, ਕਹਿੰਦੇ ਜਿਵੇਂ ਤੁਸੀਂ ਆਪਣਾ ਭੰਨਿਆ ਮੇਰਾ ਵੀ ਭੰਨ ਦਿਓਗੇ। ਜਿੱਥੇ ਤੁਸੀਂ ਕਹੋਗੇ ਮੈਂ ਤੁਹਾਨੂੰ ਛੱਡ ਆਉਣਾ, ਹਸਪਤਾਲ ਛੱਡ ਆਉਣਾ, ਕਾਲਜ ਛੱਡ ਆਉਣਾ। ਫਿਰ ਰਣਜੀਤ ਸਿੰਘ ਘੁੰਮਣ ਜਾ ਰਹੇ ਸੀ ਕਾਲਜ ਤੋਂ ਵਾਪਸ, ਉਦੋਂ ਮਹਿੰਦਰਾ 'ਚ ਹੁੰਦੇ ਸੀ ਮੇਰਾ ਖਿਆਲ। ਇਹ ਯੂਨੀਵਰਸਿਟੀ ਸ਼ਾਇਦ ਬਾਅਦ 'ਚ ਆਏ ਨੇ। ਅਤੇ ਫਿਰ ਇਹਨਾਂ ਦੇ ਸਕੂਟਰ 'ਤੇ ਅਸੀਂ ਜ਼ਖਮੀ ਹਾਲ 'ਚ ਪਾਟੇ ਕੱਪੜਿਆਂ 'ਚ ਰਜਿੰਦਰਾ ਹੌਸਪੀਟਲ ਗਏ ਸੀ। ਅਸੀਂ ਵੀ ਬਿਨਾਂ ਸਟਿੱਪਣੀ ਵਾਲੇ ਸਕੂਟਰ ਬਹੁਤ ਦੌੜਾਏ ਆ ਫੁਹਾਰਾ ਚੌਕ। ਬੜੀਆਂ ਯਾਦਾਂ ਸੀ ਉਸ ਦਿਨ ਦੀਆਂ ਵੀ, ਕੀਤਾ ਕੀ ਜਾਵੇ। ਖੈਰ, ਜਵਾਨੀ ਪਹਿਰ ਸਿਖਰ ਦੁਪਹਿਰ। ਇਸ ਦੌਰਾਨ ਡਾਕਟਰ ਰਣਜੀਤ ਸਿੰਘ ਬੜੀ ਕਮਾਲ ਦੀ ਸ਼ਖਸੀਅਤ ਨੇ, ਬਹੁਤ ਮੁਹੱਬਤ ਕਰਦੇ ਨੇ ਪੰਜਾਬ ਨੂੰ, ਵਿਦਿਆਰਥੀਆਂ ਨੂੰ ਬਹੁਤ ਸਨੇਹ ਦੇ ਨਾਲ ਵਿਚਰਦੇ ਨੇ, ਬੜੀਆਂ ਸਾਂਝਾਂ ਨੇ ਵਿਦਿਆਰਥੀਆਂ ਨਾਲ ਇਹਨਾਂ ਦੀਆਂ। ਸੋ ਡਾਕਟਰ ਰਣਜੀਤ ਸਿੰਘ ਘੁੰਮਣ ਹੋਰਾਂ ਦਾ ਇਹ ਆਰਟੀਕਲ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਇਹ ਜਿਹੜਾ ਝੋਨੇ ਦਾ ਕਾਬਲੇ ਜ਼ਿਕਰ ਹੈ ਕਿ 2021 ਦੇ ਵਿੱਚ ਝੋਨੇ ਦੀ ਫਸਲ ਉੱਤੇ ਮੌਜੂਦਾ C2 ਜਮ੍ਹਾਂ 50% ਸਰਕਾਰ ਦੁਆਰਾ ਦਿੱਤੀ MSP ਤੋਂ ਤਕਰੀਬਨ 34% ਜ਼ਿਆਦਾ ਸੀ। ਸੋ ਕਣਕ ਦੇ ਕੇਸ ਦੇ ਵਿੱਚ ਇਹ ਅੰਤਰ 9% ਤੋਂ ਥੋੜ੍ਹਾ ਜਿਹਾ ਵੱਧ ਸੀ। ਇਸ ਅੰਤਰ ਨੂੰ ਆਧਾਰ ਮੰਨ ਕੇ ਜੇ 2021-22 ਦੇ ਵਿੱਚ ਝੋਨੇ ਦੀ ਖਰੀਦ ਉੱਪਰ ਇਕੱਲੇ ਪੰਜਾਬ ਦੇ ਕਿਸਾਨਾਂ ਨੂੰ 11,376 ਕਰੋੜ ਰੁਪਏ ਹੋਰ ਮਿਲਣੇ ਚਾਹੀਦੇ ਨੇ। ਕਣਕ ਦੇ ਕੇਸ ਦੇ ਵਿੱਚ ਇਹ ਰਕਮ 2920 ਕਰੋੜ ਬਣਦੀ ਹੈ। ਇਹ ਦੋਵੇਂ ਫਸਲਾਂ ਜੋੜ ਕੇ 14,296 ਕਰੋੜ ਰੁਪਈਆ ਪੰਜਾਬ ਦੇ ਕਿਸਾਨਾਂ ਦਾ ਬਣਦਾ। ਜੇ ਨੀਤੀ ਆਯੋਗ ਦੇ ਮੈਂਬਰ ਰਮੇਸ਼ ਚੰਦਰ ਦੀ ਕਮੇਟੀ ਦੇ ਆਧਾਰਿਤ C2 ਉੱਪਰ ਸਵਾਮੀਨਾਥਨ MSP ਲਾਗੂ ਹੋਵੇ ਤਾਂ ਇਹ ਰਕਮ 14,296 ਕਰੋੜ ਦੀ ਬਜਾਏ 17,155 ਕਰੋੜ ਦੇ ਆਸ-ਪਾਸ ਹੋਵੇਗੀ। ਇਹ ਤਾਂ ਕੇਵਲ 2 ਫਸਲਾਂ ਨੇ ਪੰਜਾਬ ਦੇ ਲਈ। ਪੰਜਾਬ ਦੇ ਕੇਸ 'ਚ ਸਪਸ਼ਟ ਹੈ ਕਿ ਜੇ 23 ਫਸਲਾਂ ਜਿਨ੍ਹਾਂ ਦਾ MSP ਪੂਰੇ ਇੰਡੀਆ 'ਚ ਨਿਰਧਾਰਿਤ ਕੀਤਾ ਜਾਂਦਾ ਹੈ, ਜੇ ਉਹ ਜਨਾਬ ਰਮੇਸ਼ ਚੰਦਰ ਕਮੇਟੀ ਦੀਆਂ ਸਿਫਾਰਸ਼ਾਂ ਆਧਾਰਿਤ ਸਵਾਮੀਨਾਥਨ ਘੱਟੋ ਘੱਟ ਸਮਰਥਨ ਮੁੱਲ ਮਿਲੇ ਤਾਂ ਇਹ ਫਰਕ ਇੱਕ ਬਹੁਤ ਵੱਡੀ ਰਕਮ ਬਣ ਜਾਵੇਗੀ। ਹੁਣ ਵਕਤ ਆ ਗਿਆ ਕਿ ਦੇਸ਼ ਦੇ ਸਮੁੱਚੇ ਕਿਸਾਨਾਂ ਵੱਲੋਂ ਰਮੇਸ਼ ਚੰਦਰ ਕਮੇਟੀ ਦੀਆਂ ਸਿਫਾਰਸ਼ਾਂ 'ਤੇ ਆਧਾਰਿਤ ਤੈਅ ਕੀਤੀ ਗਈ C2 ਲਾਗਤਾਂ ਦੇ ਉੱਤੇ ਸਵਾਮੀਨਾਥਨ MSP ਲਾਗੂ ਕਰਨ ਦੀ ਮੰਗ ਕੀਤੀ ਜਾਵੇ। UPA ਸਰਕਾਰ ਦੁਆਰਾ 2004 ਦੇ ਵਿੱਚ ਬਣਾਏ ਗਏ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ, ਜੋ ਕਿ MSP ਤੋਂ ਇਲਾਵਾ ਖੇਤੀ ਅਤੇ ਪੇਂਡੂ ਆਰਥਿਕਤਾ ਦੇ ਸੁਧਾਰਾਂ 'ਤੇ ਕੇਂਦਰ ਸਨ, ਉੱਪਰ ਵੀ ਸੰਸਦ ਵਿੱਚ ਬਹਿਸ ਕਰਵਾਉਣੀ ਬਣਦੀ ਹੈ, ਜੋ ਅਜੇ ਤੱਕ ਨਹੀਂ ਕਰਵਾਈ ਗਈ। ਕਿਸਾਨ ਲਗਾਤਾਰ ਮੰਗ ਕਰ ਰਹੇ ਨੇ ਕਿ ਸਮੁੱਚੇ ਕਿਸਾਨੀ ਅਤੇ ਖੇਤੀ ਸੰਕਟ ਦੀ ਨਿਸ਼ਾਨਦੇਹੀ ਕੀਤੀ ਜਾਵੇ ਅਤੇ ਸੰਸਦ ਦੇ ਵਿਸ਼ੇਸ਼ ਸੈਸ਼ਨ ਦੇ ਵਿੱਚ ਜਿਹੜੀ ਹੈ ਮੈਰਾਥਨ ਬਹਿਸ ਕਰਕੇ ਕਿਸਾਨ ਪੱਖੀ ਅਤੇ ਖੇਤੀ ਮਜ਼ਦੂਰ ਪੱਖੀ ਨੀਤੀਆਂ ਬਣਾਈਆਂ ਜਾਣ ਅਤੇ ਉਹਨਾਂ ਨੂੰ ਸੁਹਿਰਦਤਾ ਅਤੇ ਇਮਾਨਦਾਰੀ ਨਾਲ ਲਾਗੂ ਕੀਤਾ ਜਾਵੇ। ਕਿਸਾਨਾਂ ਦੀ ਦੁੱਗਣੀ ਆਮਦਨ ਕੇਵਲ ਗੱਲਾਂ ਦੇ ਜੁਮਲਿਆਂ ਨਾਲ ਨਹੀਂ ਹੋਣੀ, ਸਗੋਂ ਕਿਸਾਨ ਪੱਖੀ ਠੋਸ ਨੀਤੀਆਂ ਬਣਾਉਣ ਨਾਲ ਹੋਵੇਗੀ। ਪਰ ਅਜਿਹਾ ਕੁਝ ਵੀ ਨਹੀਂ ਹੈ ਅਤੇ ਜੋ ਕੁਝ ਵੀ ਹੋ ਰਿਹਾ ਉਹ ਕਿਸਾਨ ਮਜ਼ਦੂਰ ਅਤੇ ਖੇਤੀ ਹਿੱਤਾਂ ਦੇ ਉਲਟ ਹੋ ਰਿਹਾ। ਕਿਸਾਨ ਇਸ ਗੱਲ ਨੂੰ ਭਲੀ ਭਾਂਤ ਸਮਝ ਰਹੇ ਨੇ, ਤਾਂ ਹੀ ਮੌਜੂਦਾ ਕਿਸਾਨੀ ਅੰਦੋਲਨ ਇੰਨੇ ਲੰਮੇ ਸਮੇਂ ਤੋਂ ਬੜੇ ਯੋਗ ਪ੍ਰਬੰਧਾਂ ਦੇ ਅਧੀਨ ਇਹਨਾਂ ਬਿਮਾਰੀਆਂ ਮਹਾਂਮਾਰੀਆਂ ਦੇ ਦੌਰਾਨ ਵੀ ਭੋਰਾ ਵੀ ਡਰ ਖੌਫ ਦੇ ਵਿੱਚ ਨਹੀਂ ਆਇਆ, ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ, ਤੰਗੀਆਂ ਤਰੋਸ਼ੀਆਂ ਦੇ ਬਾਵਜੂਦ ਵੀ। ਪਰ ਅਫਸੋਸ ਕਿ ਸਰਕਾਰ ਇਸ ਸਾਰੇ ਸੰਕਟ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਮਹਾਤਮਾ ਗਾਂਧੀ ਦਾ ਕਥਨ ਹੈ ਕਿ ਜੇ ਪਿੰਡ ਬਚੇਗਾ ਤਾਂ ਭਾਰਤ ਬਚੇਗਾ, ਜੇ ਪਿੰਡ ਤਰੱਕੀ ਕਰੇਗਾ ਤਾਂ ਭਾਰਤ ਤਰੱਕੀ ਕਰੇਗਾ। ਇਸ ਲਈ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਨੂੰ ਇਹ ਯਥਾਰਥ ਸਮਝਦੇ ਹੋਏ ਆਰਥਿਕ ਨੀਤੀਆਂ ਅਤੇ ਆਰਥਿਕ ਫੈਸਲੇ ਲੈਣੇ ਚਾਹੀਦੇ ਨੇ। ਅਜਿਹਾ ਕਰਨਾ ਸਮਾਜਿਕ, ਸੱਭਿਆਚਾਰਕ, ਆਰਥਿਕ ਅਤੇ ਰਾਜਨੀਤਿਕ ਸ਼ਾਂਤੀ ਅਤੇ ਸਥਿਰਤਾ ਦੇ ਲਈ ਵੀ ਜ਼ਰੂਰੀ ਹੈ। ਪ੍ਰੋਫੈਸਰ ਡਾਕਟਰ ਰਣਜੀਤ ਸਿੰਘ ਘੁੰਮਣ ਦਾ ਇਹ ਲੇਖ ਹੈ, ਜੋ ਕਿ ਪ੍ਰੋਫੈਸਰ ਅਤੇ ਐਮੀਨੈਂਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ, ਅਤੇ ਪ੍ਰੋਫੈਸਰ ਆਫ ਇਕਨੋਮਿਕਸ ਨੇ ਕ੍ਰੈਡ ਚੰਡੀਗੜ੍ਹ ਦੇ, ਅਤੇ ਪਤਾ ਨਹੀਂ ਕਿੰਨੇ ਬੱਚੇ ਇਹਨਾਂ ਕੋਲੋਂ ਪੜ੍ਹ ਕੇ ਆਪਣੀ ਬਹੁਤ ਵਧੀਆ ਗੁਜ਼ਰ ਬਸਰ ਕਰ ਰਹੇ ਨੇ, ਵੱਖ-ਵੱਖ ਸ਼ੋਬਿਆਂ 'ਤੇ ਸਥਾਪਿਤ ਨੇ। ਅਤੇ ਡਾਕਟਰ ਰਣਜੀਤ ਸਿੰਘ ਘੁੰਮਣ ਹੋਰਾਂ ਦਾ ਨੰਬਰ ਹੈ 98722 20714 9872220712। ਇੱਕ ਗੁਜ਼ਾਰਿਸ਼ ਹੈ
कि ਜਿਹੜੇ ਸੱਜਣ ਵੀ ਇਸ ਪ੍ਰੋਗਰਾਮ ਨੂੰ ਸੁਣਨ ਜ਼ਰੂਰ ਡਾਕਟਰ ਰਣਜੀਤ ਸਿੰਘ ਘੁੰਮਣ ਹੋਰਾਂ ਨੂੰ ਉਹਨਾਂ ਦੀ ਇੱਥੇ ਵਟਸਐਪ ਹੈਗੀ ਆ, ਜ਼ਰੂਰ ਹੌਸਲਾ ਅਫਜ਼ਾਈ ਦੇਣੀ ਚਾਹੀਦੀ ਹੈ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਆਰਟੀਕਲ ਲਿਖਿਆ ਜਿਵੇਂ ਇਹਨਾਂ ਨੇ ਇੰਨੀ ਮਿਹਨਤ ਕਰਕੇ ਟ੍ਰਿਬਿਊਨ ਗਰੁੱਪ ਹੈ ਜਿਹੜਾ 300 ਰੁਪਈਏ ਇੰਨੀ ਮਿਹਨਤ ਦਾ ਦਿੰਦਾ ਹੈ। ਬਾਕੀ ਹੋਰ ਬਹੁਤ ਸਾਰੇ ਅਖਬਾਰ ਅਤੇ ਸਾਡੇ ਵਰਗੇ ਟੈਲੀਵਿਜ਼ਨ ਰੇਡੀਓ ਜਿਹੜੇ ਆਪ ਘੜੇ 'ਚੋਂ ਘੜਾ ਨਹੀਂ ਜਿਨ੍ਹਾਂ ਦਾ ਭਰਦਾ, ਉਹ ਡਾਕਟਰ ਸਾਹਿਬ ਹੋਰਾਂ ਨੂੰ ਕੋਈ ਪੈਸਾ ਪੇ ਨਹੀਂ ਕਰਦੇ। ਕਈ ਵਾਰੀ ਆਪਣੇ ਕੋਲੋਂ ਕਾਰ ਚਲਾ ਕੇ ਇਹ ਲੋਕ ਚੰਡੀਗੜ੍ਹ ਜਾਂ ਹੋਰ ਸੰਸਥਾਨਾਂ 'ਤੇ ਜਾਂਦੇ ਨੇ, ਉਹ ਵੀ ਕਾਰ ਦਾ ਖਰਚਾ ਨਹੀਂ ਦਿੰਦੇ। ਚੈਨਲ ਕੁਛ ਇੱਕ ਦਿੰਦੇ ਹੋਣਗੇ ਜਿਹੜੇ ਕਿਸੇ ਕਾਰਪੋਰੇਟ ਪੱਖੀ ਨੇ, ਉਹਨਾਂ 'ਤੇ ਜਾਂਦੇ ਨਹੀਂ। ਪਰ ਫਿਰ ਵੀ ਚਲੋ ਤਨਖਾਹਾਂ ਨੇ, ਜੋਬ ਹੈ, ਨਿਭਾ ਰਹੇ ਨੇ। ਪਰ ਫਿਰ ਵੀ ਇਹ ਸਮਿਆਂ ਦਾ ਸੱਚ ਲਿਖਦੇ ਨੇ। ਇਹ ਵੀ ਸਰਕਾਰਾਂ ਦੀ ਬੋਲੀ ਬੋਲ ਕੇ ਇਸ ਤਰ੍ਹਾਂ ਦੇ ਆਰਟੀਕਲ ਨਾ ਅਗਰ ਲਿਖਣ, ਇਹਨਾਂ ਨੂੰ ਇੱਦਾਂ ਵੱਡੇ ਵੱਡੇ ਅਹੁਦੇ ਮਿਲਣਗੇ, ਵੱਡੇ ਵੱਡੇ ਪੈਕੇਜ ਮਿਲਣਗੇ ਜਿਵੇਂ ਕਈਆਂ ਨੂੰ ਮਿਲਦੇ ਨੇ। ਕਿਸੇ ਨੂੰ ਵਾਈਸ ਚਾਂਸਲਰ ਬਣਾ ਦਿੱਤਾ ਜਾਂਦਾ ਹੈ, ਕਿਸੇ ਨੂੰ ਹੋਰ ਕੋਈ ਕੈਬਨਿਟ ਦਾ ਰੈਂਕ ਦੇ ਦਿੱਤਾ ਜਾਂਦਾ। ਪਰ ਇਹ ਉਹ ਲੋਕ ਨੇ ਜਿਹੜੇ ਪੂਰੀ ਪੜਚੋਲ ਦੇ ਨਾਲ, ਇਮਾਨਦਾਰੀ ਨਾਲ ਅੰਕੜੇ ਤੁਹਾਡੇ ਸਾਹਮਣੇ ਰੱਖਦੇ ਨੇ। ਇਸ ਕਰਕੇ ਇੱਕ ਐਪਰੀਸ਼ੀਏਸ਼ਨ ਦੇ, ਹੌਸਲਾ ਅਫਜ਼ਾਈ ਦੇ, ਧੰਨਵਾਦ ਦੇ 2 ਲਫ਼ਜ਼ ਜ਼ਰੂਰ ਇਸ ਤਰ੍ਹਾਂ ਦੀਆਂ ਰੂਹਾਂ ਨੂੰ ਲਿਖ ਦਿਆ ਕਰੋ ਤਾਂ ਜੋ ਇਹਨਾਂ ਨੂੰ ਵੀ ਅੱਗੇ ਤੋਂ ਹੌਸਲਾ ਮਿਲੇ ਕਿ ਉਹ ਵੀ ਕੋਈ ਨਾ ਕੋਈ ਇਸ ਤਰ੍ਹਾਂ ਦੇ ਆਰਟੀਕਲ ਅੱਗੇ ਨੂੰ ਲਿਖਿਆ ਕਰਨ ਕਿਉਂਕਿ ਇੱਦਾਂ ਦੇ ਆਰਟੀਕਲ ਲਿਖ ਕੇ ਸਰਕਾਰਾਂ ਦੇ ਨਾਲ ਸਿੰਘ ਫਸਾਉਣ ਵਾਲੀ ਗੱਲ ਹੈ, ਆ ਬੈਲ ਮੋਜੇ ਮਾਰਨ ਵਾਲੀ ਗੱਲ ਹੈ। ਸੋ ਇਸ ਕਰਕੇ ਜੇ ਆਪਾਂ ਕੋਈ ਹੋਰ ਸਹਾਇਤਾ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਕਿਸੇ ਅੱਛੀ ਚੀਜ਼ ਜੋ ਕਿਸੇ ਨੇ ਕਹੀ ਹੈ ਨਾ, ਜੇ ਕੋਈ ਸੱਚ ਬੋਲਿਆ ਤਾਂ ਉਹਨੂੰ ਕੋਈ ਐਪਰੀਸ਼ੀਏਸ਼ਨ ਦੇ 2 ਲਫ਼ਜ਼ ਵੀ ਬੋਲ ਦਈਏ ਅਤੇ ਬੰਦੇ ਨੂੰ ਹੌਸਲਾ ਬਣਦਾ। ਨਹੀਂ ਤਾਂ ਅਗਲਾ ਕਹਿੰਦਾ ਕਿ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ, ਜੋ ਗੁਰਵਾਕ ਨੇ। ਇਹ ਤਾਂ ਭਾਵੇਂ ਮਾਨੇ ਹੋਰ ਨੇ, ਪਰ ਜਿੱਥੇ ਹੁਣ ਬੋਲਣ ਦਾ ਕੋਈ ਅਸਰ ਨਹੀਂ, ਕੋਈ ਕਿੰਨਾ ਕੁ ਦੇਰ ਬੋਲੇਗਾ। ਆਖਰ ਨੂੰ ਕੁੱਤਾ ਕਿੰਨੀ ਕੁ ਦੇਰ ਭੌਂਕ ਕੇ ਤੁਹਾਨੂੰ ਜਗਾਏਗਾ, ਕੂਕਰ ਕਿੰਨੀ ਕੁ ਦੇਰ ਕੂਕੇਗਾ। ਇਸ ਕਰਕੇ ਵੀਰੋ ਆਪ ਮਾफ़ ਕਰਨਾ, ਆ ਪੱਦਾਂ ਵਾਲਾ ਪ੍ਰਾਹੁਣਾ ਆਰਟੀਕਲ ਇਸ ਤਰ੍ਹਾਂ ਦੀਆਂ ਵੀਡੀਓ ਬਣਦੀਆਂ ਨੇ, ਮੈਨੂੰ ਕਹਿਣਾ ਪੈਂਦਾ ਤੁਸੀਂ ਹੇੜਾਂ ਦੀਆਂ ਹੇੜਾਂ ਬੰਨ੍ਹ ਕੇ ਧੁੱਕੀ ਕੱਢ ਦਿੰਦੇ ਹੋ ਅਗਲੇ ਨੂੰ ਡਾਲਰ, ਕਿਉਂਕਿ ਤੁਹਾਡੇ ਵੇਖਣ ਦੇ ਨਾਲ, ਤੁਹਾਡੇ ਲਾਈਕ ਕਰਨ ਦੇ ਨਾਲ ਅਗਲੇ ਨੂੰ ਰੁਪਈਏ ਬਣਦੇ ਨੇ। ਅਤੇ ਫਿਰ ਉਹ ਸੰਜੀਦਾ ਚੀਜ਼ਾਂ ਤੁਹਾਨੂੰ ਕਿਉਂ ਦੇਵੇ? ਸਟਾਰ ਬਣੇ ਨੇ ਉਹ ਲੋਕ, ਕਿਉਂ ਉਹ ਲੋਕ ਤੁਹਾਨੂੰ ਅੱਛੀ ਚੀਜ਼ ਦੇਣਗੇ ਜਿਹੜੀ ਅੱਛੀ ਚੀਜ਼ ਹੈ ਤੁਸੀਂ ਸੁਣਨਾ ਨਹੀਂ ਚਾਹੁੰਦੇ। ਸੋ ਇਸ ਕਰਕੇ ਜਿੰਨਾ ਕੁ ਵੀ ਇਹ ਸੁਨੇਹਾ ਜਾਂਦਾ ਪਲੀਜ਼ ਜ਼ਰੂਰ, ਇਸੇ ਕਰਕੇ ਮੈਂ ਨੰਬਰ ਬੋਲਿਆ ਡਾਕਟਰ ਸਾਹਿਬ ਦਾ 98 722 22714। ਘੱਟੋ ਘੱਟ ਇੱਦਾਂ ਦੀਆਂ ਮਾਇਆਨਾਜ਼ ਸ਼ਖਸੀਅਤਾਂ ਜੋ ਪੂਰੀ ਫਿਗਰ ਅਤੇ ਫੈਕਟ ਦੇ ਨਾਲ, ਹੁਣ ਇਸ ਆਰਟੀਕਲ ਨੂੰ ਲਿਖਣ ਲਈ ਮੇਰੇ ਖਿਆਲ 8-10 ਘੰਟੇ ਉਹਨਾਂ ਨੂੰ ਲੱਗੇ ਹੋਣੇ ਆ। ਧੰਨਵਾਦ ਪੰਜਾਬੀ ਟ੍ਰਿਬਿਊਨ ਦਾ ਜਿਨ੍ਹਾਂ ਨੇ ਬਿਨਾਂ ਕਿਸੇ ਕਟਿੰਗ ਤੋਂ ਇਸ ਨੂੰ ਪੂਰਾ ਛਾਪਿਆ, ਨਹੀਂ ਤਾਂ ਜਗ੍ਹਾ ਨਹੀਂ ਦਿੰਦੇ। ਇਹ ਠੀਕ ਹੈ ਕਿ ਆਪਣੀ ਹੈਸੀਅਤ ਦੇ ਮੁਤਾਬਕ 200-300 ਰੁਪਏ ਪਰ ਆਰਟੀਕਲ ਉਹ ਦਿੰਦੇ ਨੇ, ਉਹ ਵੀ ਕੁਝ ਇੱਕ ਨੂੰ। ਹੋਰ ਇਹਦੇ 'ਚ ਕੋਈ ਗਾੜੀ ਕਮਾਈ ਨਹੀਂ ਹੈ। ਡਾਕਟਰ ਗਿਆਨ ਸਿੰਘ ਨੇ ਉਹ ਜਦੋਂ ਇਸ ਤਰ੍ਹਾਂ ਕਿਸਾਨਾਂ ਦੀ, ਮਜ਼ਦੂਰਾਂ ਦੀ ਗੱਲ ਕਰਦੇ ਨੇ, ਹੈਗੇ ਉਹ ਜ਼ਿਮੀਂਦਾਰ ਨੇ ਇਸੜੂ ਪਿੰਡ ਦੇ। ਕਈ ਲੋਕ ਉਹਦੇ ਗਲ ਪੈ ਗਏ ਕਿ ਤੁਸੀਂ ਤਾਂ ਦਲਿਤਾਂ ਦੀ, ਖੇਤ ਮਜ਼ਦੂਰਾਂ ਦੀ ਗੱਲ ਕਰਦੇ ਹੋ, ਤੁਸੀਂ ਦਲਿਤ ਹੋ। ਇਹ ਔਕਾਤ ਹੋ ਚੁੱਕੀ ਹੈ ਸਾਡੇ ਲੋਕਾਂ ਦੀ। ਜੇ ਡਾਕਟਰ ਗਿਆਨ ਸਿੰਘ ਆਪਣੇ ਨਾਂ ਨਾਲ ਜੱਟਾਂ ਵਾਲਾ ਗੋਤ ਨਹੀਂ ਲਾਉਂਦੇ, ਮਤਲਬ ਡਾਕਟਰ ਸਾਹਿਬ ਨੇ ਹੱਸੇ ਵੀ ਉਹ, ਅਤੇ ਅਮਰੀਕਾ ਵੀ ਰਹਿੰਦੇ ਨੇ ਡਾਕਟਰ ਗਿਆਨ ਸਿੰਘ, ਕਈ ਪ੍ਰੋਗਰਾਮਾਂ 'ਚ ਆਉਂਦੇ ਨੇ। ਕਹਿੰਦੇ ਮੈਨੂੰ, ਕਹਿੰਦੇ ਤੂੰ ਉਹਦਾ ਉਹ ਆ, ਨਾਂ ਨਾ ਲਈ ਉਸਤਾਦ ਦਾ। ਕਹਿੰਦੇ ਮੈਨੂੰ ਹਾਸਾ ਆਇਆ, ਦੱਸੋ। ਕਹਿੰਦੇ ਤੂੰ ਉਹਨਾਂ ਦੀਆਂ ਗੱਲਾਂ ਕਰਦਾ, ਹਾਲਾਂਕਿ ਕਿਸਾਨੀ 'ਤੇ ਕਿੰਨੇ ਆਰਟੀਕਲ, ਜ਼ਿਮੀਂਦਾਰਾਂ 'ਤੇ ਕਿੰਨੇ ਆਰਟੀਕਲ ਡਾਕਟਰ ਗਿਆਨ ਸਿੰਘ। ਕੋਈ ਹੋਣਾ ਦਲਿਤ ਮਜ਼ਦੂਰਾਂ ਬਾਰੇ ਉਹਨਾਂ ਦੀ ਬਹੁਤ ਸੋਹਣੀ ਕਿਤਾਬ ਆਈ ਸੀ ਅੰਕੜਿਆਂ ਸਮੇਤ ਡਾਕਟਰ ਗਿਆਨ ਸਿੰਘ ਦੀ। ਸੋ ਇਹ ਸਾਡੀ ਔਕਾਤ ਹੈ। ਸਾਡੇ ਉੱਤੇ ਜਾਤ ਪਾਤ, ਵਰਗ, ਗੋਤ ਇੰਨਾ ਭਾਰੂ ਹੈ, ਪਾਰਟੀਆਂ ਇੰਨਾ ਭਾਰੂ ਨੇ ਕਿ ਬੇੜਾ ਗਰਕ ਕਰ ਰਹੇ। ਜਿਹੜਾ ਸਾਨੂੰ ਸਮਝਾਉਂਦਾ ਨਾ ਗਰਕਣ 'ਚੋਂ ਕੱਢਦਾ, ਉਹਨੂੰ ਅਸੀਂ ਠੂਹੇ ਵਾਂਗੂ ਡੰਗ ਮਾਰਨੋਂ ਨਹੀਂ ਹਟਦੇ। ਖੈਰ ਇਹ ਬੇਨਤੀ ਅਸੀਂ, ਮੈਂ ਮਾफ़ੀ ਚਾਹੁੰਦਾ ਕਿ ਬਾਈ ਜੀ ਬਲਜਿੰਦਰ ਸਿੰਘ ਬਰਾੜ ਹੋਰਾਂ ਦੀ ਕਾਲ ਆ ਕੇ ਕੱਟ ਗਈ ਹੈ। 1-2 ਮਿੰਟ ਚਲੋ ਮੈਂ ਲਿੰਕ ਪੜ੍ਹਦਾ, ਜੇ ਸਮਾਂ ਹੋਵੇ ਤਾਂ ਬਰਾੜ ਸਾਹਿਬ ਮੁੜ ਕੇ ਜੁੜ ਸਕਦੇ ਨੇ। ਅਤੇ ਆਪ ਸਭ ਸੱਜਣਾਂ ਦਾ ਧੰਨਵਾਦ। ਸੋ ਗੁਜ਼ਾਰਿਸ਼ ਬੇਨਤੀ ਹੈ ਕਿ ਇਸ ਆਰਟੀਕਲ ਨੂੰ ਮੈਂ ਅਲੱਗ 'ਤੇ ਵੀ ਸਾਂਝਾ ਕਰਦਾ ਤਾਂ ਜੋ ਇੱਕ ਦਸਤਾਵੇਜ਼ ਬਣਿਆ ਰਹੇ, ਤੁਸੀਂ ਕਦੇ ਵੀ ਇਸ ਨੂੰ ਪੜ੍ਹ ਸਕੋ ਅਤੇ ਅੱਗੇ ਸਾਂਝਾ ਕਰ ਸਕੋ। ਅਤੇ ਜੇ ਮੁਨਾਸਬ ਸਮਝੋ ਤਾਂ ਇਸ ਨੂੰ ਜ਼ਰੂਰ ਸਾਂਝਾ ਕਰੋ। ਖੇਤਾਂ ਦੇ ਅੰਕੜੇ ਸੁਣ ਕੇ ਤੁਹਾਨੂੰ ਤੁਹਾਡੇ ਤੋਂ ਪਤਾ ਲੱਗਦਾ ਸਾਡੇ ਹੱਕਾਂ ਬਾਰੇ। ਮਨਦੀਪ ਸਿੰਘ ਚਹਿਲ ਪਿੰਡ ਸੁਖਚੈਨ ਤੋਂ, ਅਤੇ ਪਰਮ ਸਿੰਘ ਕਹਿੰਦੇ ਬਹੁਤ ਨੌਲੇਜੇਬਲ ਹੈ। ਹਰਜੀਤ ਲਿਟ ਥੈਂਕ ਯੂ।
ਤੇ ਗੰਗਾ ਦਾ ਨਹੀਂ, ਸਤਲੁਜ ਦਾ ਫਿਕਰ ਕਰੋ ਵੀਰੇ। ਲੁਧਿਆਣੇ ਵਾਲਾ ਸਿੱਧਾ ਕੈਮੀਕਲ ਸਿੱਧੇ ਬੋਰਾਂ 'ਚ ਪੈ ਰਿਹਾ। ਨਹੀਂ ਪਰਮਿੰਦਰ ਲਾਲ ਜੀ, ਮੈਂ ਤੁਹਾਡੇ ਨਾਲ ਮਤਭੇਦ ਰੱਖਾਂਗਾ। ਸਤਲੁਜ ਦਾ ਵੀ ਅਸੀਂ ਫਿਕਰ ਕਰਦੇ ਹਾਂ, ਅਸੀਂ ਫਿਕਰ ਗੰਗਾ ਦਾ ਵੀ ਕਰਨਾ, ਕਿਉਂਕਿ ਸਾਡਾ ਫਲਸਫਾ ਸਿਰਫ ਪੰਜਾਬ ਤੱਕ ਸੀਮਤ ਨਹੀਂ। ਅਸੀਂ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਉਸ ਫਲਸਫੇ ਦਾ ਧਾਰਨੀ ਹੈ। ਮਾਨਸ ਕੀ ਜਾਤ ਸਭੇ एको पहचान वो दे ਧਾਰਨੀ ਹੈ। ਗੰਗ ਬਨਾਰਸ ਹਿੰਦੂਆਂ, ਮੱਕਾ ਕਾਬਾ ਮੁਸਲਮਾਨ, ਉਸ ਫਲਸਫੇ 'ਤੇ ਜ਼ਿਕਰ ਕਰਨਾ ਜ਼ਰੂਰੀ ਹੈ। ਸਤਲੁਜ ਦਾ ਵੀ ਅਸੀਂ ਫਿਕਰ ਕਰਦੇ ਹਾਂ, ਡਾਢਾ ਫਿਕਰ ਕਰਦੇ ਹਾਂ। ਪਰ ਇਹ ਗੰਗਾ ਵਾਲਿਆਂ ਭਗਤਾਂ ਨੂੰ ਸਮਝਾਉਂਦੇ ਹਾਂ ਕਿ ਭਾਈ ਤੁਹਾਡੀ ਗੰਗਾ ਦਾ ਵੀ ਇਹ ਹਾਲ ਹੈ। ਉਹ ਗੰਗਾ ਸਿਰਫ ਤੁਹਾਡੀ ਨਹੀਂ, ਉਹ ਸਾਡੀ ਵੀ ਹੈ। ਇਹ ਸਾਂਝੇ ਸਰਮਾਏ ਨੇ, ਸੋਮੇ ਨੇ। ਸੋ ਗੰਗਾ ਪੁੱਤਰੋ, ਗੰਗਾ ਦੇ ਬਾਰੇ ਸੋਚੋ ਕਿ ਗੰਗਾ ਪੁੱਤਰ ਉੱਥੇ ਕਰਦੇ ਕੀ ਨੇ, ਹੈ ਨਾ। ਇਸ ਕਰਕੇ ਲਹਿਲ ਸਾਹਿਬ ਫਿਕਰ ਅਸੀਂ ਭਾਵੇਂ ਉਹਨਾਂ ਦਾ ਵੀ ਕਰਦੇ ਹਾਂ, ਅਤੇ ਸਾਰਿਆਂ ਦਾ ਜ਼ਿਕਰ ਕਰਨਾ ਸਾਡੀ ਜੌਬ ਹੈ, ਕਿਉਂਕਿ ਅਸੀਂ ਇਸ ਪੱਖਪਾਤ ਦੇ ਵਿੱਚ ਨਹੀਂ ਆਉਣਾ ਚਾਹੁੰਦੇ। ਰਘਵੀਰ ਸਿੰਘ ਗੰਗਾਨਗਰ, ਵੈਲਕਮ ਭਾਅ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਘੁੰਮਣ ਸਾਹਿਬ ਦਾ ਵਾਕਿਆ ਜੀ ਬਹੁਤ ਵਧੀਆ ਰਿਪੋਰਟ ਸੀ ਜੀ। ਇਹ ਤਾਂ ਖੈਰ ਦੀ ਰਿਪੋਰਟ ਹੈ, ਬਿਲੀਅਨ ਰਿਪੋਰਟ ਹੈ ਜੀ, ਬਹੁਤ ਸੋਹਣਾ। ਬਾਕੀ ਜੀ ਮੇਰੀ ਉਹਨਾਂ ਨਾਲ ਸੀਵੀਆ ਸਾਹਿਬ ਨਾਲ ਵੀ ਗੱਲ ਹੋਈ ਸੀ। ਅੱਛਾ ਅੱਛਾ, ਓਕੇ। ਚੜ੍ਹਦੀ ਕਲਾ 'ਚ ਆ ਜਾਂਦੇ ਆ ਬਜ਼ੁਰਗ ਫਿਰ ਜਦੋਂ ਕਿਸੇ ਦੀ ਕਾਲ ਆਉਂਦੀ ਹੈ ਨਾ, ਕਿਉਂਕਿ ਬਹੁਤ ਖੁਸ਼ ਹੋਏ। ਤਾਂ ਹੁਣ ਮੈਂ ਉਹਨਾਂ ਨੂੰ ਇੱਕ ਅੱਧੇ ਦਿਨ 'ਚ ਹੁਣ ਮੈਂ ਉਹਨਾਂ ਨੂੰ ਇੱਕ ਅੱਧੇ ਦਿਨ 'ਚ ਹੋਰ ਫੋਨ ਕਰਨਾ। ਮੈਂ ਕਹਿਣਾ ਹੁਣ ਰਿਸ਼ਤੇਦਾਰੀ ਦੱਸੋ ਕੀ ਰੱਖਣੀ, ਵੀ ਅੰਕਲ ਬਣਨਾ ਜਾਂ ਬਾਪੂ ਬਣਨਾ ਜਾਂ ਭਰਾ ਬਣਨਾ। ਮੇਰੀ ਇੰਨੀ ਉਮਰ ਆ। ਨਹੀਂ, ਬਹੁਤ ਨਿਓ ਵਾਲੇ ਬੰਦੇ ਨੇ, ਐ ਲਾਲ ਸੁਰਖ ਚਿਹਰਾ। ਨਹੀਂ ਬਹੁਤ ਹੀ ਸੋਹਣੀਆਂ ਅਸੀਂ ਗੱਲਾਂ ਕੀਤੀਆਂ ਜੀ। ਉਹ ਤਾਂ ਸਾਡੇ ਏਰੀਏ 'ਚ ਵੀ ਜਾ, ਉਹਨਾਂ ਦੀ ਜ਼ਮੀਨ ਸੀ ਪਹਿਲੇ ਜ਼ਮਾਨੇ ਥੋੜ੍ਹੀ ਜਿਹੀ ਉੱਥੇ। ਨਹੀਂ, ਪਿੰਡ 'ਚ ਰਹਿੰਦੇ ਆ, ਬਹੁਤ ਸੋਹਣਾ ਪਰਿਵਾਰ ਹੈ ਇਹਨਾਂ ਦੀ। ਪੋਤਰੀ ਕੈਨੇਡਾ ਸਟੱਡੀ ਕਰਦੀ ਹੈ, ਪੋਤਰਾ ਬਹੁਤ ਅੱਛਾ ਚਿੱਤਰਕਾਰ ਹੈ, ਸੁਖਨਵਰ ਪੋਤਰਾ ਇਹਨਾਂ ਦਾ। ਤੇ ਇਹਨਾਂ ਦਾ ਬਿਜ਼ਨਸ ਵੀ ਹੈ, ਖੇਤੀਪਤੀ ਦਾ, ਆਟਾ ਮਿਲ ਹੈ, ਆੜਤ ਦੀ ਦੁਕਾਨ ਹੈ ਉਹਨਾਂ ਦੀ, ਆੜਤ ਦੀ ਦੁਕਾਨ ਹੈ। ਤੇ ਨੂੰਹ ਰਾਣੀ, ਜਿੱਦਾਂ ਤੁਸੀਂ ਯਾਦਾਂ ਦੀਆਂ ਗੱਲਾਂ ਕਰਦੇ ਨਾ ਜੀ, ਹੈ ਜੀ ਟਵਾਣਾ ਸਾਹਿਬ, ਜਿੱਦਾਂ ਤੁਸੀਂ ਯਾਦਾਂ ਦੀਆਂ ਗੱਲਾਂ ਕਰਦੇ ਆ। ਸਾਡਾ ਤਾਏ ਦਾ ਮੁੰਡਾ ਹੁੰਦਾ ਸੀ ਇੱਕ, ਉਹ ਕਹਿੰਦਾ ਹੁੰਦਾ ਸੀ ਇਹ ਯਾਦਾਂ ਉਮਰਾਂ ਦੇ ਗਹਿਣੇ ਸਾਂਭ ਪਟਾਰੀ ਰੱਖੀ। ਹਾਂ, ਬੜਾ ਸਕੂਨ ਮਿਲਦਾ ਬਾਈ ਜੀ। ਹੁਣ ਅਸੀਂ ਜਿੰਨਾ ਵੀ ਕੰਮ ਕੀਤਾ ਨਾ, ਜਿਵੇਂ ਬੱਸਾਂ ਦੇ ਮਗਰ ਲਮਕ ਕੇ ਪੜ੍ਹਨ ਆਉਂਦੇ ਸੀ ਨਾ ਪਟਿਆਲੇ, ਉਹ ਯਾਦ ਆਉਂਦਾ ਕਿ ਜਾਲ 'ਤੇ ਲਮਕੇ ਹੋਣਾ ਅਤੇ ਕਿੱਕਰ ਦੇ ਝਾਫੇ ਪੈਣੇ, ਉੱਥੋਂ ਨੀਵਾਂ ਹੋ ਜਾਣਾ, ਕਈ ਵਾਰੀ ਪੱਗਾਂ ਲੱਥ ਜਾਣੀਆਂ। ਸੋ ਉਹਨਾਂ ਨੂੰ ਵੇਖ ਕੇ ਹਾਸਾ ਵੀ ਆਉਂਦਾ ਅਤੇ ਫਖਰ ਵੀ ਆਉਂਦਾ ਕਿ ਇਸ ਤਰ੍ਹਾਂ ਦੀ ਗਰੀਬੀ ਗੁਰਬਤ ਹੰਢਾਈ ਹੈ ਯਾਰ, ਬੜਾ ਅੱਛਾ ਲੱਗਦਾ। ਸਾਡੇ ਨਾਲ ਇੱਕ ਬਹੁਤ ਅਮੀਰ ਬੰਦਾ ਸੀ, 600 ਸੀ ਗਿੱਲ ਸੀਗੇ ਉਹ, ਤਾਂ ਹੁਣ ਉਹ ਜ਼ਮੀਨ ਬਹੁਤ ਮੁੰਡੇ ਨੂੰ ਆਉਂਦੀ ਸੀ, ਇਕੱਲਾ ਹੀ ਸੀ ਉਹ। ਤੇ ਇੱਕ ਵਾਰ ਨਾ ਇੱਦਾਂ ਹੀ ਅਸੀਂ ਗੰਨੇ ਵਾਲੇ ਕੰਡੇ ਤੇ ਬੈਠੇ, ਤੇ ਉਹ ਨਾ ਬੱਸਾਂ ਕਿਤੇ ਜਾਣ, ਉਹ ਵੀ ਬੱਸੇ ਚੜ੍ਹਨ ਲੱਗਾ, ਕਿਤੇ ਬੱਸੇ ਨਾ ਦੌੜ ਕੇ ਇੱਦਾਂ ਥੋੜ੍ਹੇ ਜਿਹੇ ਲੋਕ ਬੱਸਾਂ ਵਾਲੇ ਕੀ ਕਰਨ, ਅੱਡੇ ਤੋਂ ਪਹਿਲਾਂ ਹੀ ਥੋੜ੍ਹਾ ਜਿਹਾ ਲਾ ਦਿਆ ਕਰਨ ਸਵਾਰੀਆਂ। ਅੱਛਾ, ਅੱਡੇ ਤੇ ਰੋਕਣ ਨਾ ਜੀ। ਉਹ ਦੌੜ ਕੇ ਜਾਣ ਲੱਗਾ, ਉਹ ਵੀ ਗਰਮੇਲ ਸੀ ਉਹਦਾ ਨਾਂ, ਥੋੜਾ ਜਿਹਾ ਸੀ ਤਾਂ ਸਰੀਰ ਦਾ ਭਾਰਾ, ਪਰ ਉਹ ਦੌੜ ਕੇ ਜਾਣ ਲੱਗਾ। ਤੇ ਇੱਕ ਬੰਦਾ ਸੀ ਚੰਦ ਸੌ, ਸਾਡੇ ਲਾਗੇ ਹੀ ਪਿੰਡ ਸੀ ਉਹਦੇ, ਉਹ ਬੈਠਾ, ਓਏ ਓਏ ਕਹਿੰਦਾ ਉਹ ਕੀ ਕਰਨ ਡਿਆ, ਓਏ ਤੂੰ ਕੱਲਾ ਪੋਤਿਆਂ, ਤੇਰਾ ਨੇ ਜਾਣੀ ਹੱਥ ਛੁੱਟ ਜਾਏ, ਤੇਰੀ ਮਾਂ ਕੀ ਕਰੂਗੀ, ਫਲਾਨੀ। ਓਏ ਤੂੰ ਬੜਾ ਉਹਨੇ ਰੌਲਾ ਪਾਇਆ, ਓਏ ਏਦਾਂ ਨਾ ਕਰ ਬਾਈ, ਓਏ ਕਰੇ ਜਾ। ਮੈਨੂੰ ਯਾਦ ਹੈ ਬਾਈ ਜੀ, ਇੱਕ ਵਾਰੀ ਨਾ ਅਸੀਂ ਨਾਭੇ ਪੜ੍ਹਦੇ ਹੁੰਦੇ ਸੀਗੇ, ਉਹ ਮਤਲਬ ਇੰਨੇ ਸਟੂਡੈਂਟ ਕਿ ਬੱਸ ਨਾ ਟੇਢੀ ਹੋ ਗਈ, ਮਤਲਬ ਪੈਰ ਧਰਨ ਨੂੰ ਥਾਂ ਨਾ, ਅਤੇ ਮੈਂ ਸਭ ਤੋਂ ਆਖਰੀ ਵਾਲਾ ਜਿਹੜਾ ਤਾਕੀ 'ਚ ਲਮਕਾਂ, ਅਤੇ ਮੇਰਾ ਇੱਕ ਹੱਥ ਤਾਂ ਪਿਆ ਹੋਇਆ ਹੈਂਡਲ ਨੂੰ, ਜਿਹੜਾ ਅੰਦਰੋਂ ਬੰਦ ਕਰਦੇ ਆ, ਮੈਨੂੰ ਉਹ ਟੁੱਟ ਵੀ ਜਾਂਦਾ, ਅਤੇ ਇੱਕ ਹੱਥ ਬਾਰੀ ਨੂੰ ਪਿਆ ਵਾ, ਅਤੇ ਮੈਂ ਨਾ ਸਿਰਫ ਅੰਗੂਠਾ ਮੇਰੇ ਪੈਰ ਦਾ ਫਸਿਆ ਹੋਇਆ ਸੱਜਾ। ਉਦੋਂ ਤਾਂਗੇ ਚੱਲਦੇ ਸੀਗੇ, 83-84 ਦੀਆਂ ਗੱਲਾਂ ਨੇ, ਤਾਂਗੇ ਚੱਲਦੇ ਸੀਗੇ ਉੱਥੋਂ ਨਾਭੇ ਤੋਂ ਪਿੰਡਾਂ ਨੂੰ। ਅਤੇ ਉਹ ਬੱਸ ਡਰਾਈਵਰ ਦਾ ਕਿਤੇ ਜ਼ਿਆਦਾ ਧਿਆਨ ਨਾ ਹੋਇਆ, ਅਤੇ ਉਹ ਮਤਲਬ ਮੈਂ ਸੀਗਾ ਮੂਹਰਲੀ ਤਾਕੀ 'ਚ, ਅਤੇ ਮਤਲਬ ਮੈਂ ਜੱਜਮੈਂਟ ਕਰ ਲਈ ਕਿ ਮੂਹਰਲੀ ਤਾਕੀ ਤਾਂਗੇ 'ਚ ਵੱਜਣੀ ਹੈ। ਜਦੋਂ ਤਾਕੀ ਵੱਜੀ ਅਤੇ ਮੈਂ ਪਿਚਕਿਆ ਜਾਣਾ, ਬੱਸ ਮੇਰਾ ਖਿਆਲ 20-30 ਕਿਲੋਮੀਟਰ ਦੀ ਸਪੀਡ 'ਤੇ ਹੋਣੀ ਆ ਦੂਜੇ ਤੀਜੇ ਗੇਅਰ 'ਚ, ਅਤੇ ਉਹ ਤਾਂ ਜਾਂ ਤਾਂ ਉਹਦਾ ਧਿਆਨ ਨਾ ਹੋਇਆ, ਅਤੇ ਜਾਂ ਬੱਸ ਦਾ ਜਿਹੜਾ ਸੰਤੁਲਨ ਵਿਗੜ ਗਿਆ, ਕਿਉਂਕਿ ਇੱਕ ਪਾਸੇ ਸਵਾਰੀਆਂ ਉੱਤੇ ਬੱਸ ਇੱਕ ਪਾਸੇ ਨੂੰ ਪੱਟੇ ਨਰਮ ਹੁੰਦੇ, ਔਲਾਰ ਹੋ ਜਾਂਦੀ ਹੈ ਤਾਕੀ ਵਾਲੇ ਪਾਸੇ ਨੂੰ, ਅਤੇ ਬੱਸ ਟੇਢੀ ਤਾਂਗੇ ਵੱਲ ਨੂੰ ਜਾਈ ਜਾਵੇ। ਅਤੇ ਮੇਰੇ ਖਿਆਲ 3 ਜਾਂ 4 ਫੁੱਟ ਰਹਿ ਗਿਆ ਸੀ ਬੱਸ ਤੋਂ ਤਾਂਗਾ, ਅਤੇ ਉਹਦਾ ਤੁਹਾਨੂੰ ਪਤਾ ਹੀ ਹੈ ਕਿ ਉਹਦਾ ਫੁੱਟ ਰੈਸਟ ਜਿਹਾ ਵੀ ਬਾਹਰ ਨੂੰ ਕੱਢਿਆ ਹੁੰਦਾ, ਅਤੇ ਪਹੀਆ ਵੀ ਹੁੰਦਾ, ਅਤੇ ਉਹ ਵੱਜਣ ਨੂੰ ਪੂਰੀ ਤਿਆਰ। ਅਤੇ ਮੈਨੂੰ ਨਾ ਫਿਰ ਜਦੋਂ ਮੈਂ ਦੇਖਿਆ ਕਿ ਵੱਜੂਗਾ, ਮੈਂ ਪਹਿਲਾਂ ਹੀ ਛਾਲ ਮਾਰ ਗਿਆ ਤਾਂਗੇ ਦੇ ਵੱਜਣ ਤੋਂ। ਉਸ ਤੋਂ ਬਾਅਦ ਮਤਲਬ ਉਹ ਤਾਂਗਾ ਫੜਾਕ ਦੇ ਕੇ ਉਹਦੇ 'ਚ ਜਦੋਂ ਬੱਸ ਵੱਜੀ, ਤਾਂ ਕਈ ਸੱਟਾਂ ਸੁੱਟਾਂ ਵੀ ਲੱਗੀਆਂ, ਅਤੇ ਮੈਂ ਚਲੋ ਠੀਕ ਹੈ,
ਸੰਭਲ ਗਿਆ, ਮਤਲਬ ਕਿਉਂਕਿ ਹਾਂ ਨਹੀਂ ਜ਼ਿੰਦਗੀ ਦਾ ਕੀ ਪਤਾ, ਘਟਨਾ ਇਹਨੂੰ ਘਟਨਾ ਕਹਿੰਦੇ ਆ ਜੀ ਜਿਹੜੀ ਹੋ ਜਾਂਦੀ ਆ। ਮੈਂ ਕਿਹਾ ਵੀ ਉਹਦੇ ਵਿੱਚ ਆ ਕੇ ਪਿਚਕੇ ਜਾਣ ਨਾਲੋਂ ਨਾ ਨਿਚੋੜੇ ਜਾਣ ਨਾਲੋਂ ਛਾਲ ਮਾਰਨੀ ਠੀਕ ਹੈ ਹਨਾ। ਤੇ ਇਹ ਤਾਂ ਰਿਸਕ ਲੈ ਕੇ ਸਟੱਡੀਆਂ ਕੀਤੀਆਂ ਬਾਈ ਜੀ, ਪੜ੍ਹਾਈਆਂ ਕੀਤੀਆਂ। ਕਹਿੰਦੇ ਹੁੰਦੇ ਨਾ ਜਿਹੜੇ ਫੈਸਲੇ, ਦਿਮਾਗ ਬਹੁਤ ਫੈਸਲੇ ਕਰਦਾ, ਫੈਸਲਾ ਉਹੀ ਜਿਹੜਾ ਕਾਮਯਾਬ ਇੱਕ ਲੈ ਜਾਂਦਾ ਨਾ ਜਦੋਂ ਬੰਦਾ ਕੋਈ ਫੈਸਲਾ। ਬਿਲਕੁਲ ਬਿਲਕੁਲ ਉਹਦੇ ਵਿੱਚ ਬਚਾਅ ਹੋ ਜਾਂਦਾ। ਹੋਰ ਸਿਹਤਾਂ ਠੀਕ ਠਾਕ ਹੈ ਤੁਹਾਡੀਆਂ? ਸਭ ਵਧੀਆ ਰਘਵੀਰ ਸਿੰਘ ਜੀ, ਚੜ੍ਹਦੀ ਕਲਾ, ਮਿਹਰਾਂ ਵਾਹਿਗੁਰੂ ਦੀਆਂ, ਸਭ ਖੈਰਾਂ। ਪ੍ਰੋਗਰਾਮ ਬਹੁਤ ਸੋਹਣਾ ਸੀ ਜੀ ਕੱਲ ਜੀ। ਕੱਲ ਪੋਤੇ ਨਾਲ ਫੋਟੋਆਂ ਖਿਚਾ ਕੇ ਆਏ ਸੀ ਛੋਟੇ ਨਾਲ। ਅੱਛਾ, ਭੇਜਣਾ ਮੈਨੂੰ ਵਾਰਸ ਤੁਹਾਡੇ ਦੀ ਫੋਟੋ ਸੈਸ਼ਨ ਕਰਾ ਕੇ ਆਏ ਸੀ, ਜਦੋਂ ਆਈਆਂ ਜ਼ਰੂਰ ਭੇਜੂਗਾ ਜੀ। ਤੇ ਬਾਕੀ ਮੁਬਾਰਕਾਂ ਆ ਜੀ ਉਹਨਾਂ ਦਾ ਸੀਵੀਆ ਸਾਹਿਬ ਨੂੰ, ਮੈਂ ਫੋਨ ਕਰੂੰਗਾ। ਮਿਹਰਬਾਨੀ ਵਸਦੇ ਰਸਤੇ ਰਹੋ। ਸਰ ਰਘਵੀਰ ਸਿੰਘ ਗੰਗਾਨਗਰ ਤੋਂ। ਇੰਗਲੈਂਡ ਨੇ ਅੱਜ, ਯੂਕੇ ਨੇ, ਸੌਰੀ ਆਸਟ੍ਰੇਲੀਆ ਨੇ ਅੱਜ ਕੱਲ੍ਹ, ਉੱਦਾਂ ਇੰਗਲੈਂਡ ਵਾਸਤੇ ਨੇ, ਗੰਗਾਨਗਰ ਦੇ ਵਸਨੀਕ ਨੇ ਪਿਛੋਕਾ। ਸੋ ਕੈਪਟਨ ਚਮਕੌਰ ਸਿੰਘ ਪੂਣੀਆ ਸਾਹਿਬ ਪਟਿਆਲਾ ਤੋਂ ਲਿਖਦੇ ਨੇ ਕਿ ਬੜੇ ਵੈਲਿਊਏਬਲ ਇਨਫੋਰਮੇਸ਼ਨ ਹੈ, ਫਾਰਮਰ ਸ਼ੁੱਡ ਲਿਸਨ ਕੇਅਰਫੁਲੀ। ਕਿਉਂਕਿ ਬਿਲਕੁਲ ਇਹਨਾਂ ਅੰਕੜਿਆਂ ਦੇ ਮੁਤਲਕ ਕਿ 1975 ਦੇ ਵਿੱਚ 25% ਵਾਧਾ ਹੁੰਦਾ ਅਤੇ ਅੱਜ ਕੱਲ੍ਹ 2.5% ਵਾਧਾ ਹੁੰਦਾ। ਅਤੇ ਇਸ ਕਰਕੇ ਜਿਹੜਾ ਨਵਾਂ ਨੀਤੀ ਆਯੋਗ ਰਮੇਸ਼ ਚੰਦਰ ਜੋ ਮੈਂਬਰ ਬਣੇ ਨੇ, ਉਹ ਜਿਹੜੀਆਂ ਸਿਫਾਰਸ਼ਾਂ ਕਰ ਰਹੇ ਨੇ, ਉਹਨਾਂ ਦੀਆਂ ਸਿਫਾਰਸ਼ਾਂ ਮਿਲਾ ਕੇ ਵੀ ਸਵਾਮੀਨਾਥਨ ਤੋਂ 50% ਘੱਟ ਰਹਿੰਦੀਆਂ ਨੇ। ਅਤੇ ਉਦੋਂ 70 'ਚ ਡੀਜ਼ਲ ਜਾਂ ਹੋਰ ਜਿਹੜੇ ਸਾਧਨ, ਇੰਜਨ, ਬਾਕੀ ਖੇਤੀ ਦਾ ਦਾਰੋਮਦਾਰ, ਖਾਦਾਂ, ਸਪਰੇਆਂ, ਲੇਬਰ ਕਿੱਥੇ ਸੀ ਅਤੇ ਅੱਜ ਕਿੱਥੇ ਹੈ, ਸਮਝਣਾ ਚਾਹੀਦਾ। ਇਸ ਕਰਕੇ ਕਿਸਾਨ ਵੀਰੋ ਇਕਜੁੱਟ ਨੇ, ਅਤੇ ਇਸ ਕਰਕੇ ਕਿਸਾਨਾਂ ਦੇ ਇਸ ਮੰਚ ਨੂੰ ਤੋੜਨ ਦੇ ਵਾਸਤੇ ਫਿਰ ਉਹ ਦੀਪ ਸਿੱਧੂ ਹੈ, ਉਹ ਖਾਲਿਸਤਾਨ ਦਾ ਝੰਡਾ, ਭਾਈ ਖਾਲਿਸਤਾਨ ਲੈਣਾ ਲਓ ਜੀ, ਸਦਕੇ ਕੋਈ ਨਹੀਂ ਰੋਕਦਾ, ਲੜਾਈ ਵਿੱਢੋ ਆਪਣੀ, ਲੜੋ। ਪਰ ਇਹ ਤਰੀਕਾ ਨਹੀਂ ਕਿ ਬਗਾਨੀ ਸ਼ਾਦੀ ਮੇਂ ਅਬਦੁੱਲਾ ਦੀਵਾਨਾ, ਕੱਲ੍ਹ ਆ ਕੇ ਤੁਸੀਂ ਉੱਥੇ ਲਾ ਕੇ ਸ਼ੰਭੂ ਮੋਰਚਾ ਲਾ ਕੇ ਟੈਂਟ ਖਾ ਕੇ ਬਰਗਰ ਪੀਜ਼ੇ ਹੋਟਲਾਂ ਦੇ ਵਿੱਚ ਰਾਤ ਨੂੰ, ਸਵੇਰੇ ਆ ਕੇ ਫੇਰ ਬਹਿ ਜਾਣਾ। ਉਹ ਖੁਦ ਮੁਖਤਾਰੀ ਜੀ, ਉਹ ਕਲਾ ਵਰਤਦੀ, ਉਹ ਫਲਾਹ ਵਰਤਦੀ, ਉਹ ਭੱਜੇ ਹੋਏ ਭਗੌੜੇ ਕਾਮਰੇਡ ਕਿਸ ਤਰ੍ਹਾਂ ਗੁੰਮਰਾਹ ਕਰਦੇ ਨੇ। ਆ ਪੋਲੀਟੀਕਲ ਸਾਇਲਮਾਂ ਵਾਲਾ ਲਾਣਾ ਕਿਵੇਂ ਗੁੰਮਰਾਹ ਕਰਦਾ। ਲੜੋ, ਤੁਹਾਨੂੰ ਰੋਕਦਾ ਕੌਣ? ਆਪਣੀ ਮੂਵਮੈਂਟ ਲਈ ਲੜੋ। ਨਰੋਲ ਕਿਸਾਨਾਂ ਦਾ ਮੁੱਦਾ ਹੈ। ਇਹ ਮੈਂ ਵੀ ਮੰਨਦਾ ਕਿ RSS BJP ਦਾ ਬਹੁਤ ਟੇਢਾ ਵਾਰ ਹੈ ਪੰਜਾਬ 'ਤੇ, ਸਿੱਖੀ 'ਤੇ, ਕਿਉਂਕਿ ਪੰਜਾਬ, ਸਿੱਖੀ, ਫਾਰਮਰ ਇੱਕੋ ਹੀ ਗੱਲ ਹੈ। ਇਸ ਕਰਕੇ ਇਹਨੂੰ ਸਮਝਣ ਦੀ ਜ਼ਰੂਰਤ ਆ। ਪਰ ਜੇ ਇਸ ਲੜਾਈ ਨੂੰ ਅਸੀਂ ਸਿੱਖੀ ਦੇ ਤੌਰ 'ਤੇ ਜਾਂ ਪੰਜਾਬ ਦੇ ਤੌਰ 'ਤੇ ਲੜਾਂਗੇ, ਫੇਲ ਹੋਵਾਂਗੇ। ਇਸ ਕਰਕੇ ਇਹ ਨਸਲਾਂ ਦੀ ਲੜਾਈ ਨਾ ਬਣਾਓ, ਇਹ ਫਸਲਾਂ ਦੀ ਲੜਾਈ ਹੈ, ਇਹ ਜ਼ਮੀਨ ਦੀ ਲੜਾਈ ਹੈ। ਜਿਹੜੇ ਤੁਸੀਂ ਆ ਰਾਜਪੁਰੇ ਵਾਲੇ ਜਾਂ ਹੋਰ ਮਾਰਦੇ ਸੀ ਨਾ ਉੱਥੇ ਯਵਲੀਆਂ, ਅੱਜ ਕਿੱਥੇ ਗਈਆਂ ਜ਼ਮੀਰਾਂ? ਕਿਹੜੇ ਮੋਰਚਾ ਉਹਨਾਂ ਨੇ ਲਾ ਲਿਆ? ਲਾਗੇ ਨਾ ਆਪਣੇ ਉਹੀ ਢਮਢਵਿਆਂ 'ਤੇ ਜਿਹੜੇ ਕਹਿੰਦੇ ਸੀ ਇਹ ਜ਼ਮੀਨਾਂ ਦੀ ਲੜਾਈ ਨਹੀਂ, ਇਹ ਜ਼ਮੀਰਾਂ ਦੀ ਲੜਾਈ ਹੈ। ਆ ਗਏ ਨਾ ਔਕਾਤ 'ਤੇ। ਕਿੱਥੇ ਗਿਆ ਇਤਿਹਾਸਕਾਰ, ਉਹ ਡਾਕਟਰ ਜਾਂ ਹੋਰ? ਬੇੜਾ ਗਰਕ ਕਰਨ 'ਤੇ ਤੁਲ ਗਏ ਨੇ। ਅਤੇ ਜਦੋਂ ਮੀਡੀਆ ਜਿਹੜਾ ਇਹਨਾਂ ਦਾ ਹੀ ਸੀ, ਉਹਨੂੰ ਛਿੱਤਰ ਪੈਣ ਲੱਗ ਗਏ, ਲੋਕ ਸੁਚੇਤ ਹੋ ਗਏ, ਅਤੇ ਇਹ ਫਿਰ ਵੜ ਗਏ ਉੱਥੇ ਹੀ ਖੱਡਾਂ 'ਚ। ਉਸੇ ਸੁੱਖ ਨਿਧਾਨ ਨੂੰ, ਜਿਹਨੂੰ ਕਹਿੰਦੇ ਸੀ ਸੁੱਖ ਨਿਧਾਨ ਹੈ ਜੀ ਸਿੰਘਾਂ ਦਾ, ਭੰਗ ਹੈ, ਉਹ ਭੰਗ ਦਾ ਗਲਾਸ ਕੀ ਪੀ ਲਿਆ ਸ਼ਰਦਈ ਦਾ। ਅਤੇ ਦੀਪ ਸਿੰਘ ਸਿੱਧੂ ਦਾ ਅਜੇ ਤੱਕ ਦਰੁਸਤ ਨਹੀਂ ਹੋਇਆ ਉਹਦਾ ਸਿਸਟਮ। ਤੁਸੀਂ ਵੀ ਆਪਣੇ ਵਪਾਰ ਕਾਰੋਬਾਰ ਦੀ ਐਡਵਰਟਾਈਜ਼ ਕਰਨੀ ਹੈ, ਕੋਈ ਤੁਹਾਡੇ ਦੋਸਤ ਮਿੱਤਰ ਦਾ ਬਿਜ਼ਨਸ ਹੈ ਜਿੱਥੋਂ ਤੁਸੀਂ ਸੌਦਾ ਖਰੀਦਦੇ ਹੋ ਜਾਂ ਜਿਨ੍ਹਾਂ ਦੇ ਗਾਹਕ ਹੋ, ਉਹਨਾਂ ਨੂੰ ਸਾਡੇ ਗਾਹਕ ਬਣਾਓ ਕਿ ਉਹ ਵੀ ਮਾੜਾ ਮੋਟਾ ਦਸੌਂਦ ਕੱਢ ਲਿਆ ਕਰਨ। ਇੱਦਾਂ ਦੇ ਅਦਾਰੇ ਚੱਲਦੇ ਰਹਿਣ। ਉਸ ਦੇ ਵਾਸਤੇ ਤੁਸੀਂ ਉਹਨਾਂ ਦੀ ਸਪੋਂਸਰਸ਼ਿਪ ਬਾਰੇ ਉਹਨਾਂ ਨੂੰ ਸਲਾਹ ਦੇ ਸਕਦੇ ਹੋ ਅਤੇ ਸਾਨੂੰ ਸੰਪਰਕ ਦੇ ਸਕਦੇ ਹੋ ਉਹਨਾਂ ਦਾ। ਅਤੇ ਜੇ ਤੁਸੀਂ ਪ੍ਰੋਗਰਾਮਾਂ ਨੂੰ ਪਸੰਦ ਕਰਦੇ ਹੋ ਤਾਂ ਤੁਸੀਂ ਵੀ ਜਿਵੇਂ ਅਖਬਾਰ ਲਵਾਉਂਦੇ ਹੋ ਨਾ ਜਾਂ ਡਿਸ਼ ਰੀਚਾਰਜ ਕਰਾਉਂਦੇ ਹੋ, ਉੱਦਾਂ ਟਿਵਾਣਾ ਰੇਡੀਓ ਨੂੰ ਵੀ ਰੀਚਾਰਜ ਕਰਾ ਲਿਆ ਕਰੋ, ਜਿਹਦੇ ਨਾਲ ਸਾਡੀਆਂ ਵੀ ਬੈਟਰੀਆਂ ਚਾਰਜ ਹੋ ਜਾਣ। ਜਾਣੀ ਕਿ ਸਬਸਕ੍ਰਿਪਸ਼ਨ ਤੁਸੀਂ $10-20 ਮੰਥਲੀ ਦੀ ਲੈ ਸਕਦੇ ਹੋ ਜੇ ਇੱਛਾ, ਕੋਈ ਬੰਦਿਸ਼ ਨਹੀਂ ਹੈ। ਸੁਨੇਹਾ ਦੇਣਾ ਸਾਡਾ ਕੰਮ ਹੈ, ਸਾਡੀ ਜੋਬ ਹੈ। ਕਿਉਂਕਿ ਜਦੋਂ ਹੁਣ ਵਿਨੋਦ ਦੂਆ ਦਾ ਵਾਇਰ ਵਾਲੇ ਸੁਨੇਹਾ ਦੇਈ ਜਾਂਦੇ ਨੇ, ਸਾਡਾ ਵੀ ਹੌਸਲਾ ਹੋ ਗਿਆ, ਨਹੀਂ ਤਾਂ ਪੈਸੇ ਮੰਗਣੇ ਬਹੁਤ ਔਖਾ ਹੈ। ਖੈਰ, ਸੋ ਇਸ ਦੌਰਾਨ ਮੇਰੇ ਨਾਲ ਕੋਈ ਸੰਪਰਕ ਕਰਨਾ ਤਾਂ 98-763-09655, ਕਿਉਂਕਿ ਅਸੀਂ ਜੇ ਤੁਹਾਡੇ ਤੋਂ ਪੈਸੇ ਮੰਗਦੇ ਹਾਂ ਇਹਦੇ ਬਦਲੇ ਕੁਛ ਦਿੰਦੇ ਹਾਂ। 6 ਘੰਟੇ ਬਰੋਡਕਾਸਟਿੰਗ ਕਰੀ ਦੀ ਹੈ, 3-4 ਘੰਟੇ ਸਵੇਰੇ, 2.5-3 ਘੰਟੇ ਸ਼ਾਮ ਨੂੰ, ਹੈ ਨਾ। ਸੋ ਮੁਫਤ 'ਚ ਨਹੀਂ ਮੰਗਦੇ। ਮਿਹਣੇ ਮਾਰਨ ਵਾਲੇ ਨੇ ਮਿਹਣੇ ਮਾਰੀ ਜਾਣੇ ਕਿ ਟਿਵਾਣਾ ਪੈਸੇ ਮੰਗਦਾ। ਹਾਲਾਂਕਿ ਜੇ ਪੈਸੇ ਮੰਗਦੇ ਹੁੰਦੇ 30 ਲੱਖ ਦੀ ਨੌਕਰੀ ਨੂੰ ਨਾ ਠੋਕਰ ਨਾ ਮਾਰਦੇ। ਸਾਨੂੰ ਕੋਈ ਗਮ ਨਹੀਂ ਹੈ। ਸੋ ਇਸ ਕਰਕੇ ਜਿਹੜੇ ਤੁਹਾਡੇ ਮਨਾਂ 'ਚ ਕੋਈ ਗੱਲ ਫੁੱਟਦੀ ਹੈ ਨਾ, ਉਹ ਸਾਡੇ ਮਨਾਂ 'ਚ ਪਹਿਲਾਂ ਆ ਜਾਂਦੀ ਹੈ।
क्योंकि जर्नलिज्म ਜ਼ਮੀਨ 'ਤੇ ਜੋ ਕੁਛ ਵਾਪਰ ਰਿਹਾ ਉਹਨੂੰ ਮਹਿਸੂਸ ਕਰਦੀ ਹੈ। ਸੋ ਇਸ ਕਰਕੇ ਅਸੀਂ ਤੁਹਾਨੂੰ ਜਿਹੜਾ 5-6 ਘੰਟੇ ਆਪਣੇ ਡਿਵੋਟ ਕਰਦੇ ਹਾਂ, ਜੇ 5-6 ਘੰਟੇ ਬ੍ਰੌਡਕਾਸਟਿੰਗ ਕਰਦੇ ਹਾਂ, ਇਹਦੇ ਲਈ 8-10 ਘੰਟੇ ਪੜ੍ਹਨਾ ਪੈਂਦਾ ਹੈ। ਬਾਕੀ ਸਿਰ ਫਿਰਿਆਂ ਨਾਲ ਪੰਗਾ ਲੈਣਾ ਪੈਂਦਾ ਹੈ, ਰਾਜਿਆਂ ਰਾਣਿਆਂ ਨਾਲ ਲੜਾਈਆਂ ਲੜਨੀਆਂ ਪੈਂਦੀਆਂ ਨੇ, ਉਹਨਾਂ ਦੇ ਫਿਰ ਜਿਹੜੇ ਨੋਟਿਸ ਆਉਂਦੇ ਨੇ, ਧਮਕੀਆਂ ਆਉਂਦੀਆਂ ਨੇ, ਹੈ ਨਾ। ਕੋਈ ਕਹਿੰਦਾ ਟਵਾਣੇ ਦੇ ਟੱਬਰ ਨੂੰ ਚੱਕ ਦਾਂਗੇ। ਦੱਸੋ ਤੁਸੀਂ ਹੈਗੇ ਟਵਾਣੇ ਦੇ ਟੱਬਰ ਨੂੰ ਚੱਕਣ ਵਾਲੇ? ਤੁਸੀਂ ਪਰਵਤਗਾਰ ਹੋ, ਵਾਹਿਗੁਰੂ ਹੋ, ਅੱਲਾ ਮੀਆਂ ਹੋ। ਅਤੇ ਕੋਈ ਕਹਿੰਦਾ ਮੈਨੂੰ ਬਦਨਾਮ ਕਰਦਾ, ਕਰੋ ਇਹਦੇ 'ਤੇ ਪਰਚਾ, ਕਰੋ ਕਪੂਰਥਲੇ ਥਾਣੇ 'ਚ ਬੰਦ। ਇੱਦਾਂ ਨਹੀਂ ਹੁੰਦਾ, ਹੈ ਨਾ। ਫਿਰ ਸਾਨੂੰ ਵੀ ਖਰਚੇ ਖੁਰਚੇ ਕਰਨੇ ਪੈਂਦੇ ਆ ਵਕੀਲਾਂ ਵਕੂਲਾਂ ਦੇ। ਖੈਰ, ਇਸ ਦੌਰਾਨ ਜੇ ਪ੍ਰੋਗਰਾਮ ਨੂੰ ਪਸੰਦ ਕਰਦੇ ਹੋ ਤਾਂ ਤੁਸੀਂ ਸਬਸਕ੍ਰਿਪਸ਼ਨ ਲੈ ਸਕਦੇ ਹੋ, ਅਦਰਵਾਈਜ਼ ਆਨੰਦ ਮਾਣੋ, ਕੋਈ ਨਹੀਂ, ਕੋਈ ਦਿੱਕਤ ਨਹੀਂ ਹੈ। ਪ੍ਰੋਗਰਾਮ ਸ਼ੇਅਰ ਕਰ ਦਿਆ ਕਰੋ, ਸਾਡੇ ਲਿੰਕ ਸ਼ੇਅਰ ਕਰ ਦਿਆ ਕਰੋ। ਜੇ ਪ੍ਰੋਗਰਾਮ ਸਬਸਕ੍ਰਿਪਸ਼ਨ ਤੁਸੀਂ ਲੈਂਦੇ ਹੋ, ਪਸੰਦ ਨਹੀਂ ਆਈ, ਇੱਕ ਸੱਜਣ ਨੇ ਵਾਪਸ ਵੀ ਲੈ ਲਈ ਹੈ ਨਾ। ਅਸੀਂ ਸ਼ਾਇਦ ਮੇਰੇ ਲਈ ਤਾਂ ਇਹ ਅਜੀਬ ਵਰਤਾਰਾ ਸੀਗਾ। ਉਹਨਾਂ ਨੇ $20 ਦਿੱਤੇ ਸੀ ਅਤੇ ਮੈਨੂੰ $30 ਜਾਂ $32 ਵਾਪਸ ਕਰਨੇ ਪਏ ਆ। $10 ਕੋਲੋਂ ਵਾਪਸ ਕਰਨੇ ਪਏ ਆ। ਉਹਨੂੰ ਵਿਆਜ ਸਮੇਤ ਲਾ ਲਓ ਜਾਂ ਕੰਪਨੀਆਂ ਦੇ ਖਰਚੇ ਪੇਪਾਲ ਦੇ ਲਾ ਲਓ। ਸੋ ਇਹ ਵੀ ਲਾਈਫ ਦੇ ਐਕਸਪੀਰੀਅੰਸ ਹੈ। ਇਹ ਖਰਾ ਸੌਦਾ ਹੈ, ਜੇ ਨਹੀਂ ਪੁੱਗਦਾ ਵਾਪਸ ਲੈ ਜਾਓ, ਪਰ ਭਾਵੇਂ ਸਾਨੂੰ $10 ਦਾ ਲੋਦਾ ਲੱਗਦਾ ਨਾਲ ਐਕਸਟਰਾ। ਇਸ ਕਰਕੇ ਮਨ ਬਣਾ ਕੇ, ਜੇ ਮਨ ਬਣਦਾ ਤਾਂ ਲਓ, ਅਦਰਵਾਈਜ਼ ਕੋਈ ਦਿੱਕਤ ਨਹੀਂ ਹੈ। ਖੈਰ, ਸਾਡੀ ਵੈਬਸਾਈਟ ਹੈ tiwanaradio.com। ਜ਼ਰੂਰ ਗੌਰ ਕਰੋ, ਪੇਜ ਪੂਜ, YouTube ਚੈਨਲ, ਫੇਸਬੁੱਕ ਪਤਾ ਨਹੀਂ ਕਦੋਂ ਬੰਦ ਹੋ ਜਾਏ। 17 ਤਰੀਕ ਦਾ ਮੇਰਾ ਪੇਜ ਬੰਦ ਕੀਤਾ ਹੋਇਆ, ਜੇ ਖੋਲ੍ਹ ਨਹੀਂ ਰਹੇ ਫੇਸਬੁੱਕ ਹੀ ਇਹ ਪਤਾ ਨਹੀਂ ਕਿਹਦੇ ਤੋਂ ਡਰੇ ਬੈਠੇ ਆ। ਅਤੇ ਇਸ ਦੌਰਾਨ ਟਿਵਾਣਾ ਰੇਡੀਓ ਵੈਬਸਾਈਟ ਹੈ ਬੰਦ, ਵੈਸੇ ਉਹ ਵੀ ਹੋ ਜਾਂਦੀਆਂ ਨੇ, ਐਪ ਵੀ ਬੰਦ ਹੋ ਜਾਂਦੀਆਂ ਨੇ, ਪਰ ਉਹਦੇ ਲਈ ਥੋੜ੍ਹਾ ਜਿਹਾ ਕੰਮ ਔਖਾ, ਕਿਉਂਕਿ ਆਪਣੀ ਨਿੱਜੀ ਆ ਉਹ। ਸੋ ਇਸ ਕਰਕੇ ਟਿਵਾਣਾ ਰੇਡੀਓ ਵੈਬਸਾਈਟ ਹਮੇਸ਼ਾ ਯਾਦ ਰੱਖੋ, ਕਦੇ ਖੁਦਾ ਨਾ ਖਾਸਤਾ ਬੰਦ ਹੋ ਗਈ, ਉੱਥੇ ਅਸੀਂ ਜ਼ਰੂਰ ਹਾਜ਼ਰ ਹੋਵਾਂਗੇ। ਉੱਥੇ ਤੁਹਾਨੂੰ ਲਿੰਕ ਮਿਲਣਗੇ। ਮੇਰਾ ਫ਼ੋਨ ਨੰਬਰ 9876309655 ਚੱਲਦਾ ਰਹੇਗਾ ਜਿੰਨੀ ਦੇਰ ਸਾਹ ਚੱਲਦੇ ਆ ਪਰਿਵਾਰ ਕੋਲ। ਇਹ ਹਮੇਸ਼ਾ ਯਾਦ ਰੱਖੋ, 9876309655। ਬਹੁਤ ਸਾਰੇ ਸਰੋਤੇ ਟੁੱਟ ਗਏ ਨੇ, ਲੱਭਦੇ ਨੇ, ਕੋਈ ਕਿੰਨੀ ਦੇਰ ਬਾਅਦ ਲੱਭਦਾ। ਇਸ ਕਰਕੇ ਨੰਬਰ ਪਲੀਜ਼ ਜ਼ਰੂਰ ਯਾਦ ਰੱਖੋ, 9876309655। ਇਹਦੇ 'ਤੇ ਵਟਸਐਪ ਕਾਲ, ਵਟਸਐਪ ਮੈਸੇਜ ਕੀਤਾ ਜਾ ਸਕਦਾ ਹੈ। ਅਮਰੀਕਾ ਦੇ ਵਿੱਚ ਇਸ ਪ੍ਰੋਗਰਾਮ ਨੂੰ ਸੁਣਨ ਦੇ ਵਾਸਤੇ 667-930-9260 ਨੰਬਰ ਹੈ, ਜਿਸ 'ਤੇ ਡਾਇਲ ਕਰਕੇ ਤੁਸੀਂ ਪ੍ਰੋਗਰਾਮ ਸੁਣ ਸਕਦੇ ਹੋ। 667-930-9260। ਅਤੇ ਟਿਵਾਣਾ ਰੇਡੀਓ ਦਾ ਫੇਸਬੁੱਕ ਪੇਜ, ਟਿਵਾਣਾ ਰੇਡੀਓ ਦਾ YouTube ਪੇਜ ਲਾਈਕ ਕਰੋ, ਸਬਸਕ੍ਰਾਈਬ ਕਰੋ, ਅੱਗੇ ਸ਼ੇਅਰ ਕਰੋ। ਤੁਹਾਡੀ ਬਦੌਲਤ 3000 ਤੋਂ ਆਪਾਂ ਟੱਪ ਗਏ ਹਾਂ। ਲੋਕੀ ਤਾਂ 3 ਮਿਲੀਅਨ 'ਤੇ ਵੀ ਬੈਠੇ ਨੇ। ਖੈਰ, ਉਹ ਆਪਣੀ ਜਗ੍ਹਾ ਖੁਸ਼, ਆਪਾਂ ਆਪਣੇ ਇਹਨੇ ਨਾਲ ਹੀ ਖੁਸ਼। ਸੋ ਇਹਦਾ ਕ੍ਰੈਡਿਟ ਤੁਹਾਨੂੰ ਜਾਂਦਾ ਹੈ। ਅਤੇ ਹੋਰ ਵੀ ਆਪਣੇ ਦੋਸਤਾਂ ਮਿੱਤਰਾਂ ਤੱਕ ਇਹ ਪੇਜ ਜ਼ਰੂਰ ਸਾਂਝਾ ਕਰਿਆ ਕਰੋ। ਸੋ ਇਸ ਦੇ ਨਾਲ ਹੀ ਆਪ ਸਭ ਸੱਜਣਾ ਤੋਂ ਇੱਥੇ ਹੀ ਆ ਗਿਆ। ਸ਼ੱਬਾ ਖੈਰ, ਸਤਿ ਸ਼੍ਰੀ ਅਕਾਲ। ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ, ਟਿਵਾਣਾ ਰੇਡੀਓ ਦੇ ਨਾਲ, ਟਿਵਾਣਾ ਰੇਡੀਓ ਦੇ ਨਾਲ।